ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਪਰ ਹੁਣ ਇਹਨਾਂ ਠੱਗਾਂ ਦੇ ਵੱਲੋਂ ਆਪਣੀ ਟੈਕਨੋਲੋਜੀ ਦੇ ਵਿੱਚ ਇੱਥੋਂ ਤੱਕ ਵਾਅਦਾ ਕਰ ਲਿਆ ਗਿਆ ਹੈ ਕਿ ਹੁਣ ਨਾ ਤਾਂ ਤੁਹਾਨੂੰ OTP ਆਏਗਾ ਅਤੇ ਨਾ ਹੀ ਤੁਹਾਨੂੰ ਕੋਈ ਮੈਸੇਜ ਆਏਗਾ। ਇਸ ਦੇ ਬਾਵਜੂਦ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਜਾਣਗੇ। ਫਰॉडस्टर ਕੀ ਕਰਦਾ, ਉਹਦੇ ਡਿਵਾਈਸ ਨੂੰ ਰਿਮੋਟਲੀ ਕਨੈਕਟ ਕਰ ਲੈਂਦਾ। ਰਿਮੋਟਲੀ ਕਨੈਕਟ ਕਰਨਾ ਮਤਲਬ ਜੋ ਵੀ ਇਸ ਫੋਨ ਵਿੱਚ ਚੱਲ ਰਿਹਾ, ਜਿਹਦੇ ਵਿੱਚ ਕੁਇਕ ਸਪੋਰਟ ਨਾਮ ਦੀ ਐਪਲੀਕੇਸ਼ਨ ਹੈ, ਜੋ ਵੀ ਇਸ ਡਿਵਾਈਸ ਵਿੱਚ ਚੱਲ ਰਿਹਾ, ਉਹਦਾ ਸਾਰਾ ਡੇਟਾ ਇਹ ਫਰॉडस्टर ਆਪਣੇ ਫੋਨ ਤੇ ਬੈਠਾ ਬੈਠਾ ਦੇਖਦੇ ਆ। ਇਹ ਫੋਨ ਹੈਗਾ ਠੱਗ ਦਾ, ਜੇਕਰ ਇਹ ਹੈਗਾ ਵਿਕਟਿਮ ਦਾ, ਜਿਹੜਾ ਇੱਕ ਆਮ ਇਨਸਾਨ ਕਹਿ ਲਈਏ ਜਾਂ ਜਿਹਦੇ ਨਾਲ ਠੱਗੀ ਵੱਜਣੀ ਹੁੰਦੀ ਹੈ। ਜੇ ਮੈਂ ਇਸ ਫੋਨ ਦੇ ਉੱਤੇ ਐਪਲੀਕੇਸ਼ਨਸ ਨੂੰ ਅੱਗੇ ਪਿੱਛੇ ਕਰਾਂਗਾ ਤਾਂ ਬਿਲਕੁਲ ਮੂਵਮੈਂਟ ਸੇਮ ਸਕਰੀਨ ਉਧਰ ਚੱਲ ਰਹੀ ਹੈ। ਔਰ ਜੇਕਰ ਮੈਂ ਕਿਸੇ ਨੂੰ ਫ਼ੋਨ ਕਾਲ ਕਰਨੀ ਹੋਵੇ ਤਾਂ ਮੈਂ ਕੋਈ ਵੀ ਨੰਬਰ ਇਹਦੇ ਤੋਂ ਡਾਇਲ ਕਰਦਾ, ਜਿਵੇਂ 1 2 3 4 5 6 7 8 ਤਾਂ ਐਜ਼ ਇਟ ਇਜ਼ ਉਸ ਸਕਰੀਨ ਦੇ ਉੱਤੇ ਵੀ ਤੁਹਾਡਾ ਇਹ ਸਾਰਾ ਸਿਸਟਮ ਚੱਲ ਰਿਹਾ ਹੈ। ਇਸ ਸਿਰਫ ਨੰਬਰ ਹੀ ਨਹੀਂ, ਇਹ ਸਿਰਫ ਫੋਨ ਨੰਬਰ ਹੀ ਨਹੀਂ, ਚਾਹੇ ਇਹਦੇ ਤੇ ਕੁਝ ਪਰਸਨ, ਨਾਰਮਲ ਪਰਸਨ ਆਪਣੇ ਬੈਂਕਿੰਗ ਲੌਗਇਨ ਕਰ ਰਿਹਾ ਹੈ, ਆਪਣਾ ਯੂਜ਼ਰ ਨੇਮ ਫਿਲ ਕਰ ਰਿਹਾ ਹੈ, ਆਪਣਾ ਪਾਸਵਰਡ ਫਿਲ ਕਰ ਰਿਹਾ ਹੈ, ਆਪਣਾ ਫੇਸਬੁੱਕ ਲੌਗਇਨ ਕਰ ਰਿਹਾ ਹੈ, ਉਹ ਸਾਰੀ ਡਿਟੇਲਸ ਫਰॉडस्टर ਨੂੰ ਦਿਖਦੀ ਰਹੇਗੀ। ਇੱਥੇ ਜਿੱਦਾਂ ਹੀ ਉਹ ਕੁਝ ਲੌਗਇਨ ਕਰ ਰਿਹਾ ਸੋ ਉਹਨੂੰ ਸਾਰਾ ਉਸ ਸਾਈਡ ਦਿਖ ਰਿਹਾ। ਜਿਵੇਂ ਪਾਸਵਰਡ ਇੱਥੇ ਫਿਲ ਕਰ ਰਿਹਾ ਪਲਵਿੰਦਰ, ਇਹਦੇ ਵਿੱਚ ਦਿਖ ਰਿਹਾ ਕਿ P ਟਾਈਪ ਹੋਇਆ ਪਹਿਲਾਂ, ਫੋਨ ਤੇ OTP ਵੀ ਆਏਗਾ। ਸੋ ਠੱਗ ਉਹਨੂੰ ਕਹਿੰਦੇ ਕਿ ਸਰ ਤੁਸੀਂ ਮੈਸੇਜ ਓਪਨ ਕਰਕੇ ਦੇਖੋ ਕਿ ਕੋਈ OTP ਆਇਆ, ਪਰ ਤੁਸੀਂ ਦੇਣਾ ਨਹੀਂ ਸਾਨੂੰ, ਥੋੜਾ ਵਿਸ਼ਵਾਸ ਵੀ ਹੋ ਜਾਏ, ਤੁਹਾਡਾ ਵਿਸ਼ਵਾਸ ਵੀ ਮਤਲਬ ਕਿ ਟਰਸਟ ਗੇਨ ਕਰ ਲੈਂਦੇ ਆ। ਸੋ ਜਿੱਦਾਂ ਹੀ ਉਹ ਵਿਕਟਿਮ ਆਪਣੇ ਫੋਨ ਤੇ ਮੈਸੇਜ ਕਰੇ, ਇਧਰ ਸਾਰੇ ਮੈਸੇजेस ਤੁਹਾਨੂੰ ਐਜ਼ ਇਟ ਇਜ਼ ਸ਼ੋ ਹੋਣਗੇ। ਕੋਈ ਆਮ ਇਨਸਾਨ ਹੈ, ਉਹਦਾ ਕੈਮਰਾ ਤੱਕ ਵੀ ਹੈਕ ਹੋ ਜਾਊਗਾ, ਸਾਰੀਆਂ ਫੋਟੋਜ਼ ਵਗੈਰਾ ਸਾਰਾ ਕੁਝ ਉਹਦੇ ਕੋਲ। ਰੈਂਡਮਲੀ ਇੱਕ ਕੈਮਰਾ ਓਪਨ ਕਰਕੇ ਦੇਖੀਏ। ਸੋ ਇਸ ਫੋਨ ਦਾ ਕੈਮਰਾ ਓਪਨ ਹੈ, ਸੋ ਆ ਦੇਖੀਏ। ਸੋ ਇਹਦੇ ਵਿੱਚ ਕੁਝ ਕੈਮਰਾ ਓਪਨ ਹੈ, ਤੁਸੀਂ ਦੇਖ ਸਕਦੇ ਹੋ ਦੂਜੀ ਸਕਰੀਨ ਤੇ ਕੈਮਰਾ ਆ ਵੀ ਰਿਹਾ, ਐਜ਼ ਇਟ ਇਜ਼ ਸਕਰੀਨ ਸਾਰਾ ਕੈਮਰਾ। ਹਾਂ, ਜਿਵੇਂ ਇਹ ਕਿੰਨੀ ਕੁ ਦੇਰ ਤੱਕ ਫਿਰ ਉਹ ਕੰਟਰੋਲ ਕਰ ਸਕਦਾ ਸਾਡੇ ਫੋਨ ਨੂੰ। ਸਤਿ ਸ਼੍ਰੀ ਅਕਾਲ, ਹਮਦਰਦ TV ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਡਿਜੀਟਲ ਦੌਰ ਹੈ, ਟੈਕਨੋਲੋਜੀ ਦਾ ਯੁੱਗ ਹੈ, ਤਾਂ ਹਰ ਇਨਸਾਨ ਚਾਹੁੰਦਾ ਹੈ ਕਿ ਮੈਂ ਆਪਣੀ ਖਰੀਦੋ ਫਰੋਖਤ ਵੀ ਡਿਜੀਟਲੀ ਕਰਾਂ। ਤਾਂ ਇਹਦੇ ਲਈ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ITs ਦੇ ਵੱਲੋਂ ਬਣਾਈਆਂ ਗਈਆਂ ਨੇ, ਕੰਪਨੀਜ਼ ਦੇ ਵੱਲੋਂ ਬਣਾਈਆਂ ਗਈਆਂ ਨੇ, ਜਿੱਥੇ ਆਪਾਂ ਆਪਣੇ ATM ਦੇ ਨੰਬਰ ਵੀ ਭਰਦੇ ਹਾਂ, ਆਪਣਾ ਪਾਸਵਰਡ ਵੀ ਭਰਦੇ ਹਾਂ, CVV ਵੀ ਭਰਦੇ ਹਾਂ। ਤਾਂ ਉਸ ਤੋਂ ਬਾਅਦ ਕੁਝ ਚਰਚਾਵਾਂ ਹੁੰਦੀਆਂ ਸੀਗੀਆਂ ਵੀ ਜਦੋਂ ਆਪਾਂ 3-4 ਚੀਜ਼ਾਂ ਦੇ ਦਿੰਦੇ ਹਾਂ ਤਾਂ ਸਾਡੇ ਨਾਲ ਆਨਲਾਈਨ ਠੱਗੀ ਵੱਜ ਜਾਂਦੀ ਹੈ। ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਪਰ ਹੁਣ ਇਹਨਾਂ ਠੱਗਾਂ ਦੇ ਵੱਲੋਂ ਆਪਣੀ ਟੈਕਨੋਲੋਜੀ ਦੇ ਵਿੱਚ ਇੱਥੋਂ ਤੱਕ ਵਾਅਦਾ ਕਰ ਲਿਆ ਗਿਆ ਹੈ ਕਿ ਹੁਣ ਨਾ ਤਾਂ ਤੁਹਾਨੂੰ OTP ਆਏਗਾ ਅਤੇ ਨਾ ਹੀ ਤੁਹਾਨੂੰ ਕੋਈ ਮੈਸੇਜ ਆਏਗਾ। ਇਸ ਦੇ ਬਾਵਜੂਦ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਜਾਣਗੇ। ਸਾਡੇ ਨਾਲ ਸਾਈਬਰ ਐਕਸਪਰਟ ਪਲਵਿੰਦਰ ਸਿੰਘ ਮੌਜੂਦ ਨੇ, ਗੱਲਬਾਤ ਕਰਦੇ ਹਾਂ ਔਰ ਸਾਰੇ ਇਹ ਠੱਗੀ ਦੇ ਰਾਜ਼ਾਂ ਦੇ ਉੱਤੇ ਗੱਲਬਾਤ ਕਰਾਂਗੇ। ਕਿਸ ਤਰੀਕੇ ਦੇ ਨਾਲ ਆਮ ਇਨਸਾਨ ਠੱਗਿਆ ਜਾਂਦਾ ਹੈ, ਕਿਸ ਤਰੀਕੇ ਨਾਲ ਈਵਨ ਤੁਹਾਡਾ ਫੋਨ ਤੱਕ ਹੈਕ ਕਰ ਲਿਆ ਜਾਂਦਾ ਹੈ। ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਜੀ। ਪਲਵਿੰਦਰ, ਜਿਵੇਂ ਮੈਂ ਕਿਹਾ ਕਿ ਪਹਿਲਾਂ ਤਾਂ ਇੱਕ ਰੌਲਾ ਸੀਗਾ ਵੀ ਜਿਹੜੀਆਂ ਆਪਣੇ ATM ਦਾ ਨੰਬਰ ਨਾ ਦਿਓ ਜਾਂ CVV ਦੀ ਗੱਲ ਕਰਦੇ ਸੀਗੇ ਜਾਂ ਐਕਸਪਾਇਰੀ ਡੇਟ ਨਾ ਦਿਓ ਔਰ OTP ਜਿਹੜਾ ਆਉਂਦਾ ਉਹ ਨਾ ਘੱਟੋ ਘੱਟ ਕਿਸੇ ਨੂੰ ਦੱਸੋ ਤਾਂ ਤੁਸੀਂ ਠੱਗੀ ਤੋਂ ਬਚੋਗੇ। ਪਰ ਅੱਜ ਕੱਲ੍ਹ ਤਾਂ ਉਹ ਵੀ ਕੇਸ ਖਤਮ ਹੋ ਗਿਆ, ਉਹ ਬਿਨਾਂ OTP ਤੋਂ ਠੱਗੀ ਵੱਜ ਰਹੀ ਹੈ। ਰਾਜ ਕੀ ਹੈ, ਜਾਲ ਕੀ ਹੈ ਠੱਗਾਂ ਦਾ? ਦੇਖੋ, ਪਹਿਲਾਂ ਕੀ ਹੁੰਦਾ ਸੀ, ਜਿਹੜੇ ਸਾਈਬਰ ਫਰਾਡ ਕੀਤੇ ਜਾਂਦੇ ਸੀਗੇ, ਓਵਰ ਦੀ ਕਾਲ ਕੀਤਾ ਜਾਂਦਾ ਸੀਗਾ ਕਿ ਸਰ ਅਸੀਂ ਬੈਂਕ ਤੋਂ ਬੋਲਦੇ ਪਏ ਹਾਂ, ਠੀਕ ਹੈ, ਸਿੰਪਲੀ ਤੁਹਾਨੂੰ ਕਹਿੰਦੇ ਤੁਹਾਡਾ ATM ਕਾਰਡ ਐਕਸਪਾਇਰ ਹੋ ਗਿਆ, ਤੁਹਾਡਾ ਡੈਬਿਟ ਕਾਰਡ ਐਕਸਪਾਇਰ ਹੈ, ਕ੍ਰੈਡਿਟ ਕਾਰਡ ਐਕਸਪਾਇਰ ਹੈ, ਜਾਂ ਤੁਹਾਡੀ ਇੰਸ਼ੋਰੈਂਸ ਪਾਲਿਸੀ ਖਤਮ ਹੈ, ਜਾਂ ਤੁਹਾਡੇ ਲਈ ਕੁਝ ਗ੍ਰੀਨ ਕਾਰਡ ਪਾਲਿਸੀਜ਼ ਹੈ, ਕੋਈ ਰੈਜ਼ੀਡੈਂਸ, ਕੁਝ ਵੀ XYZ ਮੈਡੀਕਲ ਦੇ ਇੱਦਾਂ ਦਿਖਾ ਕੇ ਉਹਨਾਂ ਤੋਂ ਤੁਹਾਡੇ ਬੈਂਕਿੰਗ ਡਿਟੇਲਸ ਲਿੱਤੀਆਂ ਜਾਂਦੀਆਂ ਸੀਗੀਆਂ। ਬਟ ਜਿੱਦਾਂ ਕਿ ਅਸੀਂ IT ਵੱਲ ਵੱਧ ਰਹੇ ਹਾਂ, ਬਹੁਤ ਸਾਰੀ ਡਿਜੀਟਲ ਟੈਕਨੀਕਸ ਵੱਲ ਵੱਧ ਰਹੇ ਹਾਂ, ਜਿਹੜੀ ਕਿ ਬਹੁਤ ਹੀ ਚੰਗੀ ਗੱਲ ਹੈ, ਸਾਨੂੰ ਵਧਣਾ ਵੀ ਚਾਹੀਦਾ, ਟਾਈਮ ਦੇ ਨਾਲ ਸਾਨੂੰ ਅੱਗੇ ਵਧਣਾ ਪੈਣਾ ਹੈ। ਸੋ ਇਹਦੇ ਨਾਲ ਬਹੁਤ ਸਾਰੇ ਕਸਟਮਰਸ ਜਾਂ ਬਹੁਤ ਸਾਰੇ ਆਡੀਅנס ਵਿਊਅਰ ਦੇਖਣ ਵਾਲੇ ਅਵੇਅਰ ਹੋ ਚੁੱਕੇ ਹੈ ਕਿ ਅਗਰ ਕੋਈ ਇੱਦਾਂ ਦਾ ਜੌਬ ਦਾ ਫਰਾਡ ਦਿਖਾ ਰਿਹਾ ਜਾਂ ਇੱਦਾਂ ਕੋਈ ਇੰਸ਼ੋਰੈਂਸ ਦਾ ਫਰਾਡ ਹੈ, ATM ਐਕਸਪਾਇਰ ਹੋ ਗਿਆ ਕਹਿ ਰਿਹਾ ਤਾਂ ਬਿਲਕੁਲ ਹੀ ਗਲਤ ਹੈ। ਆਪਾਂ ਇੱਦਾਂ ਦੇ ਕੇਸਿਸ ਵਿੱਚ ਨਹੀਂ ਬਿਲਕੁਲ ਜਾਣਾ। ਬਟ ਨਾ ਹੁਣ ਜਿਹੜੇ ਠੱਗ ਹੈ, ਇਹਨਾਂ ਨੇ ਠੱਗੀ ਕਰਨ ਦੇ ਜਾਂ ਫਰਾਡ ਕਰਨ ਦੇ ਤਰੀਕੇ ਬਦਲ ਲਏ। ਸੋ ਹੁਣ ਇਹ ਡਾਇਰੈਕਟਲੀ ਤੁਹਾਨੂੰ ਇੱਕ ਬੈਂਕਿੰਗ ਪਰਸਨ ਬਣ ਕੇ ਕਾਲ ਨਹੀਂ ਕਰਦੇ ਜਾਂ ਕੁਝ ਤੁਹਾਨੂੰ ਲਾਈਕ ਇੰਸ਼ੋਰੈਂਸ ਐਕਸਪਾਇਰ ਹੋ ਗਈ ਇਹ ਕਹਿ ਕੇ ਕਾਲ ਨਹੀਂ ਕਰਦੇ। ਹੁਣ ਇਹਨਾਂ ਨੇ ਕੀ ਕੀਤਾ, ਲਾਈਕ ਤੁਹਾਨੂੰ ਇੱਕ ਤਰੀਕਾ ਬਦਲਿਆ ਕਿ ਉਹ ਤੁਹਾਨੂੰ ਕਾਲ ਨਹੀਂ ਕਰਦੇ ਬਟ ਤੁਸੀਂ ਉਹਨਾਂ ਨਾਲ ਇਨਡਾਇਰੈਕਟਲੀ ਕਨੈਕਟ ਵਿੱਚ ਆ ਜਾਂਦੇ ਆ। ਜਿੱਦਾਂ ਕਿ ਅਸੀਂ ਕੁਝ ਆਨਲਾਈਨ ਆਰਡਰ ਕਰੀਦਾ ਹੈ ਜਾਂ ਕੋਈ ਫੂਡ ਆਰਡਰ ਕੀਤਾ ਜਾਂ ਕੁਝ ਪ੍ਰੋਡਕਟ ਆਰਡਰ ਕੀਤਾ, ਜਿਹਦੇ ਵਿੱਚ ਇੱਕ ਬੜੀ ਅੱਛੀ ਐਗਜ਼ਾਮਪਲਸ ਹੈ, ਬਹੁਤ ਸਾਰੀ ਵੈਬਸਾਈਟਸ ਨੇ ਕੀਤਾ ਹੋਇਆ ਕਿ ਰਿਫੰਡ ਪਾਲਿਸੀਜ਼ ਲਗਾਈਆਂ ਹੋਈਆਂ। ਰਿਫੰਡ ਪਾਲਿਸੀ ਵਿੱਚ ਕੀ ਹੁੰਦਾ ਕਿ ਸਾਡੇ ਕੋਲ ਕੁਝ ਸਮਾਨ ਖਰਾਬ ਆ ਗਿਆ ਜਾਂ ਕੁਝ ਗਲਤ ਪ੍ਰੋਡਕਟ ਆ ਗਿਆ, ਅਸੀਂ ਆਨਲਾਈਨ ਜਾ ਕੇ
ਕੰਪਲੇਂਟ ਕਰਵਾ ਕੇ ਉਹ ਪ੍ਰੋਡਕਟ ਐਕਸਚੇਂਜ ਕਰਵਾ ਸਕਦੇ ਆ, ਉਹਨੂੰ ਦੁਬਾਰਾ ਵਾਪਸ ਭੇਜ ਕੇ ਪੈਸੇ ਵਾਪਸ ਮੰਗਾ ਸਕਦੇ ਆ। ਤਾਂ ਫਰਾਡਸਟਰਸ ਨੇ ਕੀ ਕਰ ਲਿਆ, ਇਸੀ ਚੀਜ਼ ਦਾ ਬੈਨੀਫਿਟ ਉਠਾਉਂਦੇ ਉਹਨਾਂ ਨੇ ਇੰਟਰਨੈਟ ਤੇ ਬਹੁਤ ਸਾਰੀਆਂ ਇਦਾਂ ਦੀਆਂ ਵੈਬਸਾਈਟਸ ਬਣਾ ਲਈਆਂ ਜਿਹੜੀਆਂ ਬਿਲਕੁਲ ਸਿਮਿਲਰ ਦਿਖਦੀਆਂ। ਜੇ ਮੈਂ ਬੈਂਕਿੰਗ ਦੀ ਗੱਲ ਕਰਾਂ, ਸਾਡੇ ਬੈਂਕ ਵਰਗੀ ਬਿਲਕੁਲ ਸਿਮਿਲਰ ਇੱਕ ਫਰਾਡ ਵੈਬਸਾਈਟਸ ਅਵੇਲੇਬਲ ਹੈ। ਸਾਨੂੰ ਲੱਗ ਰਿਹਾ ਕਿ ਉਹ ਇੱਕ ਜੈਨੂਇਨ ਵੈਬਸਾਈਟ ਹੈ ਜਾਂ ਸਾਡੇ ਲਈ ਉਹ ਰਿਫੰਡ ਕਰੇਗੀ ਜਾਂ ਸਾਡੇ ਪ੍ਰੋਡਕਟ ਲਈ ਕੁਝ ਵੀ ਹੈ। ਜਿੱਦਾਂ ਕਿ ਐਗਜ਼ਾਮਪਲ ਕਸਟਮਰ ਕੇਅਰ ਦੇ ਰਿਲੇਟਡ, ਅਸੀਂ ਜੇ ਕੋਈ ਸਾਡੇ ਨਾਲ ਬੈਂਕ ਨਾਲ ਕੋਈ ਫਰਾਡ ਹੋ ਗਿਆ ਜਾਂ ਕੁਝ ਐਕਟੀਵਿਟੀ ਹੈ, ਮੈਂ ਆਪਣਾ ਨਾਮ ਚੇਂਜ ਕਰਵਾਉਣਾ ਹੈ, ਨੋਮੀਨੀ ਚੇਂਜ ਕਰਵਾਉਣਾ ਹੈ, ਕੁਝ ਵੀ ਕਰਵਾਉਣਾ, ਅਸੀਂ ਕਸਟਮਰ ਕੇਅਰ ਇੱਕ ਬੜਾ ਈਜ਼ੀ ਸੋਲੂਸ਼ਨ ਦਿੱਤਾ ਜਾਂਦਾ ਕਿ ਕਸਟਮਰ ਕੇਅਰ ਤੇ ਗੱਲ ਕੀਤੀ ਜਾਏ। ਫਰਾਡਸਟਰਸ ਨੇ ਕੀ ਕਰ ਲਿਆ, ਬਹੁਤ ਸਾਰੇ ਇੰਟਰਨੈਟ ਤੇ ਇੱਕ ਫੇਕ ਨੰਬਰਸ ਪਾਤੇ, ਕਸਟਮਰ ਕੇਅਰ ਆਫ ਇੰਸ਼ੋਰੈਂਸ, ਕਸਟਮਰ ਕੇਅਰ ਆਫ ਬੈਂਕ, ਕਸਟਮਰ ਕੇਅਰ ਆਫ ATM, ਕਸਟਮਰ ਕੇਅਰ ਆਫ ਸਮ ਫੂਡ ਪ੍ਰੋਡਕਟ ਕੰਪਨੀ ਜਾਂ ਬਹੁਤ ਸਾਰੀ ਇਦਾਂ ਦੀ ਹੈ। ਸੋ ਇਹਦੇ ਵਿੱਚ ਕੀ ਕਰ ਲਿਆ, ਜਿੱਦਾਂ ਹੀ ਕੋਈ ਪਰਸਨ ਜਿਹਦੇ ਨਾਲ ਫਰਾਡ ਹੋ ਜਾਏ ਜਾਂ ਉਹਨੇ ਫੂਡ ਪ੍ਰੋਡਕਟ ਕੋਈ ਖਰਾਬ ਆ ਜਾਏ ਜਾਂ ਸਹੀ ਪ੍ਰੋਡਕਟ ਨਹੀਂ ਆਇਆ, ਉਹ ਗੂਗਲ ਤੇ ਜਾ ਕੇ ਲੱਭਦਾ ਹੈ ਕਸਟਮਰ ਕੇਅਰ ਨੰਬਰ ਆਫ ਇਹ ਵਾਲੀ ਕੰਪਨੀ। ਉਹ ਗੂਗਲ ਕੀ ਕਰਦਾ, ਗੂਗਲ ਤੇ ਕੋਲ ਬਹੁਤ ਸਾਰੀਆਂ ਇਦਾਂ ਦੀਆਂ ਵੈਬਸਾਈਟਸ ਹੈ, ਉਹ ਜੈਨੂਇਨ ਵੀ ਦਿਖਾਉਂਦਾ ਪਲੱਸ ਇਦਾਂ ਦੀਆਂ ਫਰਾਡ ਵੈਬਸਾਈਟਸ ਵੀ ਉਹਦੀ ਲਿਸਟਿੰਗ ਵਿੱਚ ਆ ਜਾਂਦੀਆਂ। ਸੋ ਉਹਦੇ ਵਿੱਚ ਇੱਕ ਫਰਾਡ ਤੇ ਅਗਰ ਆਪਾਂ ਚਲੇ ਗਏ, ਕਿਉਂਕਿ ਇੱਕ ਉੱਤੇ ਲਿਖਿਆ ਹੁੰਦਾ ਕਸਟਮਰ ਕੇਅਰ, ਅਸੀਂ ਬਿਨਾਂ ਦੇਖਦੇ ਕਿ ਉਹ ਕਿਹੜੀ ਵੈਬਸਾਈਟ ਹੈ, URL ਨਹੀਂ ਦੇਖਦੇ। URL ਕੀ ਹੁੰਦਾ, ਜਿਹੜਾ ਵੈਬਸਾਈਟ ਦੇ ਉੱਤੇ ਨਾਮ ਦਿੱਤਾ ਜਾਂਦਾ ਹੈ, ਅਸੀਂ ਉਹ ਬਿਨਾਂ ਦੇਖੇ ਡਾਇਰੈਕਟਲੀ ਉਸ ਨੰਬਰ ਤੇ ਕਾਲ ਕਰ ਲਈਦੀ ਹੈ। ਸੋ ਜਿੱਦਾਂ ਹੀ ਅਸੀਂ ਕਾਲ ਕਰੀਦੀ, ਅੱਗੋਂ ਜਿਹੜਾ ਪਰਸਨ ਪਿਕ ਕਰ ਰਿਹਾ ਉਹਨੂੰ ਪਤਾ ਹੈ ਕਿ ਇੱਕ ਫਰਾਡ ਨੰਬਰ ਹੈ ਜਾਂ ਮੈਂ ਇੱਕ ਫਰਾਡ ਹਾਂ, ਤਾਂ ਉਹ ਬੜੀ ਜੈਨੂਇਨ ਵਿੱਚ ਗੱਲ ਕਰਦਾ ਕਿ ਸਰ ਵੈਲਕਮ ਟੂ ਦੀ ਕਸਟਮਰ ਕੇਅਰ, ਲੈਟ ਮੀ ਨੋ ਹਾਊ ਕੈਨ ਆਈ ਹੈਲਪ ਯੂ। ਬੜੀ ਇੱਕ ਪਿਆਰ ਨਾਲ ਗੱਲ ਕਰਦਾ ਐਂਡ ਸਾਨੂੰ ਲੱਗਦਾ ਸੱਚੀ ਅਸੀਂ ਕਿਸੇ ਕਸਟਮਰ ਕੇਅਰ ਨਾਲ ਕਨੈਕਟ ਕਰ ਗਏ ਹਾਂ। ਸੋ ਕਦੇ ਵੀ ਇਹ ਨੰਬਰ ਇੰਟਰਨੈਟ ਤੋਂ ਗੂਗਲ ਤੋਂ ਜਾ ਕੇ ਨਹੀਂ ਲੱਭਣਾ ਚਾਹੀਦਾ, ਕਿਉਂਕਿ ਜਿੱਦਾਂ ਹੀ ਅਸੀਂ ਉਹਦੇ ਨਾਲ ਗੱਲ ਕਰਾਂਗੇ ਉਹ ਇੱਕ ਬੜਾ ਜੈਨੂਇਨ ਬਿਹੇਵ ਕਰੇਗਾ, ਬੋਲੇਗਾ ਸਰ ਤੁਹਾਡੇ ਪੈਸੇ ਰਿਫੰਡ ਆ ਜਾਣਗੇ, ਉਹਦੇ ਲਈ ਸਾਨੂੰ ਆਪਣਾ ATM ਕਾਰਡ ਦੇ ਦਿਓ, ਆਪਣਾ ਕ੍ਰੈਡਿਟ ਕਾਰਡ ਨੰਬਰ ਦੇ ਦਿਓ, ਕਿਉਂਕਿ ਪੈਸੇ ਤੁਹਾਡੇ ATM ਕਾਰਡ 'ਚ ਆਉਣਗੇ, ਜਦ ਕਿ ਇਹ ਬਿਲਕੁਲ ਹੀ ਗਲਤ ਹੈ। ਪੈਸੇ ਅਕਾਊਂਟ 'ਚ ਆਉਣੇ ਚਾਹੀਦੇ, ATM ਕਾਰਡ ਵਿੱਚ ਪੈਸੇ ਆਉਣ ਦਾ ਮਤਲਬ ਨਹੀਂ। ਸੋ ਤੁਹਾਡੇ ਕੋਲ ATM ਕਾਰਡ ਦਾ ਨੰਬਰ, ਉਹਦੇ ਤੇ ਐਕਸਪਾਇਰੀ ਡੇਟ ਐਂਡ ਉਹਦੇ ਪਿੱਛੇ ਇੱਕ CVV ਲਿਖਿਆ ਹੁੰਦਾ ਹੈ। ਸੋ ਲਾਈਕ ਜਿੰਨੇ ਵੀ ਵਿਊਅਰਸ ਚੈੱਕ ਕਰ ਸਕਦੇ ਹੋ ਤੇ ਬੈਕ ਸਾਈਡ ਤੇ 3 ਅੱਖਰਾਂ ਦਾ CVV ਲਿਖਿਆ ਹੁੰਦਾ ਹੈ। ਸੋ ਉਹਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ, ਜੇ ਅਸੀਂ ਉਹ ਡਿਟੇਲਸ ਕਦੀ ਵੀ ਕਿਸੇ ਨਾਲ ਸ਼ੇਅਰ ਕਰਤੀਆਂ, ਮੇਰਾ 16 ਕੈਰੈਕਟਰਸ ਦਾ ਨੰਬਰ ਹੈ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਉੱਤੇ, ਪਲੱਸ ਐਕਸਪਾਇਰੀ ਡੇਟ ਹੈ, ਪਲੱਸ CVV, ਜੇ ਆਪਾਂ ਕਿਸੇ ਨਾਲ ਵੀ ਸ਼ੇਅਰ ਕਰ ਦਈਏ ਤਾਂ ਸਾਡੇ ਪੇਮੈਂਟ, ਸਾਡੇ ਪੈਸੇ ਕੋਈ ਵੀ ਕਿਤੇ ਟ੍ਰਾਂਸਫਰ ਕਰ ਸਕਦਾ ਹੈ। ਇੰਡੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਇੱਕ ਪਾਲਿਸੀ ਹੈ ਕਿ ਅਗਰ ਮੈਂ ਕਿਸੇ ਪੇਮੈਂਟ ਗੇਟਵੇ ਤੇ ਪੈਸੇ ਟ੍ਰਾਂਸਫਰ ਕਰਨੇ ਹੈ, OTP ਆਣਾ ਲਾਜ਼ਮੀ ਹੈ, ਲਾਈਕ ਕੰਪਲਸਰੀ ਹੈ OTP ਆਣਾ। ਬਟ ਜੇ ਮੈਂ ਬੀਇੰਗ ਐਨ ਇੰਡੀਅਨ ਸਿਟੀਜ਼ਨ ਜਾਂ ਇੰਡੀਅਨ ਬੈਂਕ ਯੂਜ਼ ਕਰਕੇ ਕਿਸੇ ਅਨਦਰ ਕੰਟਰੀ 'ਚ ਮੈਂ ਪੇਮੈਂਟ ਕਰ ਰਿਹਾ, ਮੰਨ ਲਓ ਮੈਂ US 'ਚ ਕਰ ਰਿਹਾ, ਕੈਨੇਡਾ 'ਚ ਕਰ ਰਿਹਾ ਜਾਂ ਕਿਸੇ ਵੀ ਕੰਟਰੀ 'ਚ, ਉਸ ਕੇਸ ਵਿੱਚ ਮੇਰੇ ਪੈਸੇ ਤਾਂ ਕੱਟੇ ਜਾਣਗੇ ਪਰ ਕੋਈ OTP ਦੀ ਰਿਕੁਆਇਰਮੈਂਟ ਨਹੀਂ ਹੈ। ਸੋ ਫਰਾਡਸਟਰ ਕੀ ਕਰਦੇ, ਤੁਹਾਡੇ ਡਿਟੇਲਸ ਲੈਣ ਤੋਂ ਬਾਅਦ ਕਿਸੇ ਇੰਟਰਨੈਸ਼ਨਲ ਪੇਮੈਂਟ ਗੇਟਵੇ ਤੇ ਜਾ ਕੇ ਪੇਮੈਂਟ ਕਰਦੇ ਆ ਜਿੱਤੇ OTP ਵੀ ਨਾ ਤੁਹਾਡੇ ਕੋਲ ਆਵੇ। ਸੋ ਸਾਡੇ ਕੋਲ ਸਿੱਧਾ ਮੈਸੇਜ ਆਉਂਦਾ ਕਿ ਪੈਸੇ ਕੱਟੇ ਗਏ। ਸੋ ਇਹ ਚੀਜ਼ ਦਾ ਲਾਈਕ ਬਿਨਾ OTP ਤੋਂ ਫਰਾਡ ਕਾਫੀ ਆ ਰਿਹਾ। ਇਹ ਜਿਸ ਤਰੀਕੇ ਦੇ ਨਾਲ ਹੁਣ ਵੀ ਆਪਾਂ ਕੇਸ ਦੇਖਦੇ ਹਾਂ ਵੀ OTP ਨਹੀਂ ਆਉਂਦਾ, ਉਹ ਫਿਰ ਇੰਟਰਨੈਸ਼ਨਲੀ ਟ੍ਰਾਂਜੈਕਸ਼ਨ ਉਹਦੇ ਵਿੱਚ ਹੋ ਜਾਂਦੀ ਹੈ, ਇਸ ਕਰਕੇ OTP ਨਹੀਂ ਆਉਂਦਾ। ਬਿਲਕੁਲ, ਇਹਦੇ ਵਿੱਚ ਇੰਟਰਨੈਸ਼ਨਲੀ ਟ੍ਰਾਂਜੈਕਸ਼ਨ ਹੋ ਜਾਂਦੀ ਹੈ, ਬਟ ਬਹੁਤ ਸਾਰੇ ਕੇਸਿਸ ਇਦਾਂ ਵੀ ਆਏ ਆ ਕਿ ਜਿਹਦੇ ਵਿੱਚ OTP ਆਇਆ ਬਟ ਉਹ ਕਹਿੰਦਾ ਮੈਂ ਦਿੱਤਾ ਨਹੀਂ ਕਿਸੇ ਨੂੰ, ਮੇਰੇ ਫੋਨ 'ਚ ਆਇਆ ਸੀ ਬਟ ਮੈਂ ਕਿਸੇ ਨੂੰ OTP ਪ੍ਰੋਵਾਈਡ ਨਹੀਂ ਕੀਤਾ। ਸੋ ਇਦਾਂ ਦੇ ਕੇਸਿਸ ਵਿੱਚ ਕੀ ਹੈ, ਫਰਾਡਸਟਰਸ ਤੁਹਾਡੇ ਕੋਲ ਡਾਇਰੈਕਟਲੀ ਪੇਮੈਂਟ ਕਾਰਡ ਨਹੀਂ ਮੰਗਦਾ ਜਾਂ ਕ੍ਰੈਡਿਟ। ਪ੍ਰੈਕਟੀਕਲੀ ਇੱਕ ਵਾਰੀ ਦਰਸ਼ਕਾਂ ਨੂੰ ਜ਼ਰੂਰ ਦਿਖਾਈਏ ਤਾਂ ਜੋ ਉਹ ਸੁਚੇਤ ਹੋ ਜਾਣ, ਜੀ। ਸੋ ਸਮਾਂ ਰਹਿੰਦੇ ਪੈਸੇ ਬਚ ਜਾਣ ਘੱਟੋ ਘੱਟ ਉਹਨਾਂ ਦੇ। ਜੀ। ਸੋ ਇਹਦੇ ਵਿੱਚ ਹੁੰਦਾ ਕਿ ਐਕਚੁਅਲੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਫਰਾਡਸਟਰ ਇੱਕ ਲਿੰਕ ਭੇਜਦਾ ਹੈ ਤੁਹਾਡੇ ਫੋਨ 'ਚ, ਕੋਈ AnyDesk ਨਾਮ ਦੀ, ਕੁਇਕ ਸਪੋਰਟ ਨਾਮ ਦੀ, TeamViewer ਨਾਮ ਦੀ ਕੁਝ ਐਪਲੀਕੇਸ਼ਨ ਇੰਸਟਾਲ ਕਰਵਾਈ ਜਾਂਦੀ ਹੈ। ਸੋ ਮੈਂ ਦਿਖਾਣਾ ਚਾਹਾਂਗਾ ਉਹ ਐਪਲੀਕੇਸ਼ਨ ਦਿਖਦੀ ਕਿੱਦਾਂ ਦੀ ਹੈ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਆ ਕੇ ਉਹ ਇੱਕ ਵਾਰੀ ਸਾਰਾ ਜਿਹੜਾ ਪ੍ਰੈਕਟੀਕਲੀ ਇਸ ਚੀਜ਼ ਨੂੰ ਦਿਖਾ ਦੇਣ ਤਾਂ ਜੋ ਦਰਸ਼ਕ ਸਾਡੇ ਸਮਝ ਸਕਣ ਕਿ ਉਹਨਾਂ ਦੇ ਨਾਲ ਠੱਗੀ ਵੱਜਦੀ ਕਿਵੇਂ ਆ। ਸੋ ਇਹ ਇਦਾਂ ਦੀ ਕੋਈ ਕੁਇਕ ਸਪੋਰਟ ਨਾਮ ਦੀ ਐਪਲੀਕੇਸ਼ਨ ਆਉਂਦੀ ਹੈ। ਸੋ ਇਹ ਲਾਈਕ ਫਰਾਡਸਟਰ ਕੀ ਕਰਦਾ ਹੈ, ਕਿਸੇ ਦੇ ਫੋਨ ਵਿੱਚ, ਵਿਕਟਿਮ ਦੇ ਫੋਨ ਵਿੱਚ ਇੰਸਟਾਲ ਕਰਵਾ ਦਿੰਦੇ ਆ। ਜਿੱਦਾਂ ਹੀ ਐਪਲੀਕੇਸ਼ਨ ਉਹਦੇ ਫੋਨ 'ਚ ਇੰਸਟਾਲ ਹੁੰਦੀ ਹੈ, ਉਹ ਤੋਂ ਓਪਨ ਕਰਵਾਈ ਜਾਂਦੀ ਹੈ। ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਸਾਡੇ ਕੰਪਨੀ ਦਾ ਕੋਡ ਹੈ, ਤੁਸੀਂ ਕੋਡ ਪ੍ਰੋਵਾਈਡ ਕਰੋ ਸਾਨੂੰ। ਸੋ ਜਿੱਦਾਂ ਕਿ ਇਹ ਮੈਂ ਫਰਾਡਸਟਰ ਦਾ ਆਪਾਂ ਲਾਈਕ ਸਪੋਜ਼ ਕਰ ਰਹੇ ਹਾਂ, ਇੱਕ ਵਿਊਅਰਸ ਨੂੰ ਡੈਮੋ ਦਿਖਾ ਰਹੇ ਹਾਂ ਕਿ ਇਹ ਕਿੱਦਾਂ ਤੁਹਾਡੇ ਨਾਲ ਠੱਗੀ ਹੋ ਸਕਦੀ ਹੈ, ਇਹ ਆਪਾਂ ਫਰਾਡਸਟਰ ਨੂੰ ਮੰਨ ਰਹੇ ਹਾਂ। ਸੋ ਇੱਕ ਵਿਕਟਿਮ ਦਾ ਫੋਨ ਹੈ ਸਾਡੇ ਕੋਲ, ਇੱਕ ਫਰਾਡਸਟਰ ਦਾ। ਸੋ ਫਰਾਡਸਟਰ ਕੀ ਕਰਦਾ, ਉਹਦੇ ਡਿਵਾਈਸ ਨੂੰ ਰਿਮੋਟਲੀ ਕਨੈਕਟ ਕਰ ਲੈਂਦਾ ਹੈ। ਰਿਮੋਟਲੀ ਕਨੈਕਟ ਕਰਨਾ ਮਤਲਬ ਜੋ ਵੀ ਇਸ ਫੋਨ ਵਿੱਚ ਚੱਲ ਰਿਹਾ, ਜਿਹਦੇ ਵਿੱਚ ਕੁਇਕ ਸਪੋਰਟ ਨਾਮ ਦੀ ਐਪਲੀਕੇਸ਼ਨ ਹੈ, ਜੋ ਵੀ ਇਸ ਡਿਵਾਈਸ ਵਿੱਚ ਚੱਲ ਰਿਹਾ, ਉਹਦਾ ਸਾਰਾ ਡੇਟਾ ਇਹ ਫਰਾਡਸਟਰ ਆਪਣੇ ਫੋਨ ਤੇ ਬੈਠਾ ਦੇਖਦੇ ਆ।
ਸੋ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਆ ਦੇਖੋ ਇਹਦੇ ਵਿੱਚ ਜਿਵੇਂ ਆਪਾਂ ਸਵਾਈਪ ਕਰ ਰਹੇ ਹਾਂ ਜਾਂ ਕੁਝ ਤੁਸੀਂ ਖੁਦ ਯੂਜ਼ ਕਰਕੇ ਇਹਨੂੰ ਚੈੱਕ ਕਰ ਸਕਦੇ ਹੋ। ਮਤਲਬ ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹੂੰਗਾ ਵੀ ਜਿਵੇਂ ਇਹ ਜਿਹੜਾ ਫੋਨ ਠੱਗ ਦਾ ਫੋਨ ਹੈ, ਆਪਾਂ ਇਹ ਵਾਲਾ ਹੈ, ਇਹ ਫੋਨ ਹੈਗਾ ਠੱਗ ਦਾ, ਜੇਕਰ ਇਹ ਹੈਗਾ ਵਿਕਟਿਮ ਦਾ, ਜਿਹੜਾ ਇੱਕ ਆਮ ਇਨਸਾਨ ਕਹਿ ਲਈਏ ਜਾਂ ਜਿਹਦੇ ਨਾਲ ਠੱਗੀ ਵੱਜਣੀ ਹੁੰਦੀ ਹੈ। ਜੇ ਮੈਂ ਇਸ ਫੋਨ ਦੇ ਉੱਤੇ ਐਪਲੀਕੇਸ਼ਨਸ ਨੂੰ ਅੱਗੇ ਪਿੱਛੇ ਕਰਾਂਗਾ ਤਾਂ ਬਿਲਕੁਲ ਮੂਵਮੈਂਟ ਸੇਮ ਸਕਰੀਨ ਉਧਰ ਚੱਲ ਰਹੀ ਹੈ। ਔਰ ਜੇਕਰ ਮੈਂ ਕਿਸੇ ਨੂੰ ਫੋਨ ਕਾਲ ਕਰਨੀ ਹੋਵੇ ਤਾਂ ਮੈਂ ਕੋਈ ਵੀ ਨੰਬਰ ਇਹਦੇ ਤੋਂ ਡਾਇਲ ਕਰਦਾ, ਜਿਵੇਂ 1 2 3 4 5 6 7 8, ਉਹ ਐਜ਼ ਇਟ ਇਜ਼ ਤਾਂ ਐਜ਼ ਇਟ ਇਜ਼ ਉਸ ਸਕਰੀਨ ਦੇ ਉੱਤੇ ਵੀ ਤੁਹਾਡਾ ਇਹ ਸਾਰਾ ਸਿਸਟਮ ਚੱਲ ਰਿਹਾ ਹੈ। ਇਹ ਸਿਰਫ ਨੰਬਰ ਹੀ ਨਹੀਂ, ਇਹ ਸਿਰਫ ਫੋਨ ਨੰਬਰ ਹੀ ਨਹੀਂ, ਚਾਹੇ ਇਹਦੇ ਤੇ ਕੁਝ ਪਰਸਨ, ਨਾਰਮਲ ਪਰਸਨ ਆਪਣੇ ਬੈਂਕਿੰਗ ਲੌਗਇਨ ਕਰ ਰਿਹਾ ਹੈ, ਆਪਣਾ ਯੂਜ਼ਰ ਨੇਮ ਫਿਲ ਕਰ ਰਿਹਾ ਹੈ, ਆਪਣਾ ਪਾਸਵਰਡ ਫਿਲ ਕਰ ਰਿਹਾ ਹੈ, ਆਪਣਾ ਫੇਸਬੁੱਕ ਲੌਗਇਨ ਕਰ ਰਿਹਾ ਹੈ, ਉਹ ਸਾਰੀ ਡਿਟੇਲਸ ਫਰਾਡਸਟਰ ਨੂੰ ਦਿਖਦੀ ਰਹੇਗੀ। ਸੋ ਜਿਹਦੇ ਵਿੱਚ ਆਪਾਂ ਦਿਖਾ ਰਹੇ ਹਾਂ ਕਿ ਜਿਵੇਂ ਮੰਨ ਲਓ ਕੋਈ ਫੇਸਬੁੱਕ ਐਪਲੀਕੇਸ਼ਨ ਲੌਗਇਨ ਹੋ ਰਹੀ ਹੈ, ਸੋ ਇਹ ਫਰਾਡਸਟਰ ਨੂੰ ਪੂਰਾ ਉਹਦਾ ਸਕਰੀਨ ਦੇਖੋ ਵਿਖ ਰਿਹਾ ਹੈ। ਵਿਕਟਿਮ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੀ ਸਕਰੀਨ ਤੇ ਲੌਗਇਨ ਕਰੋ ਪਰ ਤੁਸੀਂ ਦੇਣਾ ਨਹੀਂ ਸਾਨੂੰ, ਇੱਥੇ ਦੇਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਫਰਾਡਸਟਰ ਉਹਦੀ ਪੂਰੀ ਸਕਰੀਨ ਐਜ਼ ਇਟ ਇਜ਼ ਦੇਖ ਰਿਹਾ। ਜੇ ਇਹਦੇ ਵਿੱਚ ਟਾਈਪ ਕੀਤਾ ਜਾਵੇ, ਜਿੱਦਾਂ ਕਿ ਮੈਂ ਕੁਝ ਟਾਈਪ ਕਰ ਰਿਹਾ ਇਹਦੇ ਵਿੱਚ ਕੁਝ ਰੈਂਡਮਲੀ 1 2 3, ਸੋ ਉਧਰ ਦੇਖ ਸਕਦੇ ਹੋ ਉਹਨੂੰ ਯੂਜ਼ਰ ਨੇਮ ਐਜ਼ ਇਟ ਇਜ਼ ਦਿਖ ਰਿਹਾ, ਤਾਂ ਉਹ ਪੱਕੇ ਤੌਰ ਦੇ ਉੱਤੇ ਪਾਸਵਰਡ ਤੇ ਯੂਜ਼ਰ ਨੇਮ ਲਿਖ ਕੇ ਰੱਖ ਲਊਗਾ ਜਾਂ ਕਿਸੇ ਵੀ ਤਰੀਕੇ ਨਾਲ ਅੱਗੇ ਤੋਂ ਉਹਨੂੰ ਚਲਾਉਣ ਲਈ। ਜੀ ਸੋ ਇੱਥੇ ਜਿੱਦਾਂ ਹੀ ਉਹ ਕੁਝ ਲੌਗਇਨ ਕਰ ਰਿਹਾ ਸੋ ਉਹਨੂੰ ਸਾਰਾ ਉਸ ਸਾਈਡ ਦਿਖ ਰਿਹਾ। ਜਿਵੇਂ ਪਾਸਵਰਡ ਇੱਥੇ ਫਿਲ ਕਰ ਰਿਹਾ ਪਲਵਿੰਦਰ, ਇਹਦੇ ਵਿੱਚ ਦਿਖ ਰਿਹਾ ਕਿ P ਟਾਈਪ ਹੋਇਆ ਪਹਿਲਾ, ਦੂਜਾ A ਹੋਇਆ, L ਹੋਇਆ, V ਹੋਇਆ, I ਹੋਇਆ, ਸੋ ਇੱਕ ਇੱਕ ਅੱਖਰ ਉਹਦੇ ਵਿੱਚ ਵਿਊ ਹੋ ਰਿਹਾ। ਤਾਂ ਬਿਲਕੁਲ ਇਹ ਸਾਰਾ ਉਹਦਾ ਜਿਹੜਾ ਕੰਟਰੋਲ ਹੈ ਉਹਦੇ ਕੋਲ, ਠੱਗ ਦੇ ਕੋਲ ਚਲ ਗਿਆ ਸਾਡੇ ਫੋਨ ਦਾ। ਜਿਵੇਂ OTP ਵੀ ਕੋਈ ਆਏਗਾ, ਇਸ ਫੋਨ ਤੇ OTP ਵੀ ਆਏਗਾ, ਸੋ ਠੱਗ ਉਹਨੂੰ ਕਹਿੰਦੇ ਕਿ ਸਰ ਤੁਸੀਂ ਮੈਸੇਜ ਓਪਨ ਕਰਕੇ ਦੇਖੋ ਕਿ ਕੋਈ OTP ਆਇਆ ਪਰ ਤੁਸੀਂ ਦੇਣਾ ਨਹੀਂ ਸਾਨੂੰ, ਥੋੜਾ ਵਿਸ਼ਵਾਸ ਵੀ ਹੋ ਜਾਏ, ਤੁਹਾਡਾ ਵਿਸ਼ਵਾਸ ਵੀ ਮਤਲਬ ਕਿ ਟਰਸਟ ਗੇਨ ਕਰ ਲੈਂਦੇ ਆ। ਸੋ ਜਿੱਦਾਂ ਹੀ ਉਹ ਵਿਕਟਿਮ ਆਪਣੇ ਫੋਨ ਦੇ ਮੈਸੇਜ ਕਰੇ, ਇਧਰ ਸਾਰੇ ਮੈਸੇजेस ਤੁਹਾਨੂੰ ਐਜ਼ ਇਟ ਇਜ਼ ਸ਼ੋ ਹੋਣਗੇ। ਤਾਂ ਇਹ ਇੱਕ ਵਾਰੀ ਮੈਂ ਸਕਰੀਨ ਤੁਹਾਨੂੰ ਦਿਖਾਣੀ ਚਾਹੂੰਗਾ ਵੀ ਜਿਸ ਤਰੀਕੇ ਦੇ ਨਾਲ ਮੰਨ ਲਓ ਕੋਈ ਵੀ ਆਪਾਂ ਇੱਕ ਮੈਸੇਜ ਖੋਲਦੇ ਆ ਤਾਂ ਸੇਮ ਮੈਸੇजेस ਉਸ ਸਕਰੀਨ ਦੇ ਉੱਤੇ ਵੀ ਆ ਰਹੇ ਨੇ। ਆ ਰਹੇ, ਭਾਵ ਕਿ ਅਸੀਂ ਆਪਣਾ ਫੋਨ ਬਿਲਕੁਲ ਸਿਕਿਉਰਿਟੀ ਦੇ ਨਾਲ ਚਲਾ ਰਹੇ ਹਾਂ। ਅਸੀਂ ਤਾਂ ਸਮਝ ਰਹੇ ਹਾਂ ਵੀ ਸਿਰਫ ਫੋਨ ਦੇ ਮੈਸੇਜ ਆਪਾਂ ਖੁਦ ਪੜ੍ਹ ਸਕਦੇ ਹਾਂ, ਇਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਮੈਸੇਜ ਵੀ ਹੋ ਸਕਦੇ ਨੇ, ਸਾਡੇ ਪਰਸਨਲ ਮੈਸੇਜ ਵੀ ਹੋ ਸਕਦੇ ਨੇ। ਤਾਂ ਇਹ ਸਾਡੇ ਜਿੰਨਾ ਵੀ ਬਈ ਖਾਤਾ ਹੈ ਆਪਣੇ ਫੋਨ ਦਾ, ਉਹ ਸਾਰਾ ਠੱਗ ਦੇ ਕੋਲ ਐਜ਼ ਇਟ ਇਜ਼ ਚੱਲ ਰਿਹਾ ਹੁੰਦਾ ਜੀ। ਸੋ ਇਹਨੂੰ ਇੱਕ ਕਿਹਾ ਜਾਂਦਾ ਕਿ ਤੁਹਾਡੇ ਲਾਈਕ ਤੁਸੀਂ OTP ਨਹੀਂ ਦਿੱਤਾ ਜਾਂ ਤੁਸੀਂ ਕਿਸੇ ਨੂੰ ਆਪਣਾ ਯੂਜ਼ਰ ਨੇਮ ਨਹੀਂ ਦਿੱਤਾ, ਪਾਸਵਰਡ ਨਹੀਂ ਦਿੱਤਾ, ਸੋ ਪਹਿਲਾਂ ਹੀ ਠੱਗ ਕੀ ਕਰ ਰਿਹਾ, ਤੁਹਾਡੇ ਫੋਨ ਵਿੱਚ ਇੱਕ ਇਦਾਂ ਦੀ ਐਪਲੀਕੇਸ਼ਨ ਇੰਸਟਾਲ ਕਰਵਾ ਰਿਹਾ ਜਿਹਦੇ ਨਾਲ ਤੁਹਾਡੇ ਫੋਨ ਦਾ ਸਾਰਾ ਡੇਟਾ, ਤੁਹਾਡੀ ਸਕਰੀਨ, ਤੁਸੀਂ ਕੀਬੋਰਡ ਤੇ ਕੀ ਟਾਈਪ ਕਰ ਰਹੇ ਹੋ, ਉਹ ਫਰਾਡਸਟਰ ਨੂੰ ਰਿਮੋਟਲੀ ਦਿਖ ਰਿਹਾ, ਮਤਲਬ ਦੇਣ ਦੀ ਲੋੜ ਨਹੀਂ ਹੈ, ਉਹਨੂੰ ਦਿਖ ਹੀ ਰਿਹਾ। ਐਂਡ ਇਸ ਵਿਕਟਿਮ ਨੂੰ ਕਦੀ ਪਤਾ ਨਹੀਂ ਚੱਲ ਰਿਹਾ ਕਿ ਮੇਰੀ ਸਕਰੀਨ ਦਿਖ ਰਹੀ, ਕੋਈ ਨੋਟੀਫਿਕੇਸ਼ਨ ਨਹੀਂ ਹੈ, ਜਸਟ ਉਹਨੇ ਇੱਕੋ ਹੀ ਗਲਤੀ ਕੀਤੀ। ਪਹਿਲੀ ਚੀਜ਼ ਉਹਨੇ ਆਪਣੇ ਇਦਾਂ ਦੀ ਅਨਵਾਂਟਡ ਐਪਲੀਕੇਸ਼ਨ ਇੰਸਟਾਲ ਕੀਤੀ, ਸੈਕੰਡਲੀ ਆਪਣੀ ਜੋ ਆਈਡੀ ਹੈ, ਜੋ ਉਸ ਐਪਲੀਕੇਸ਼ਨ ਦੀ ਆਈਡੀ ਹੈ, ਉਹ ਕਿਸੇ ਅਨਨੋਨ ਪਰਸਨ ਨੂੰ ਪ੍ਰੋਵਾਈਡ ਕਰਤੀ। ਐਂਡ ਇਹਦੇ ਨਾਲ ਜਿਹੜਾ ਫਰਾਡਸਟਰ ਹੈ ਉਹਦਾ ਫੋਨ ਦਾ ਸਾਰਾ ਡੇਟਾ ਮੋਨੀਟਰ ਕਰ ਸਕਦਾ, ਚਾਹੇ ਉਹ ਫੋਟੋਜ਼ ਹੈ, ਚਾਹੇ ਉਹ ਗੈਲਰੀਜ਼ ਹੈ, ਚਾਹੇ SMS ਹੈ ਜਾਂ ਉਹਦਾ ਕੈਮਰਾ ਹੈ, ਉਹ ਸਾਰਾ ਰਿਮੋਟਲੀ ਇੱਥੇ ਐਕਸੈਸ ਕਰ। ਕੈਮਰਾ ਤੱਕ ਵੀ ਮਤਲਬ ਜਿਹੜਾ ਇੱਕ ਕੋਈ ਆਮ ਇਨਸਾਨ ਹੈ ਉਹਦਾ ਕੈਮਰਾ ਤੱਕ ਵੀ ਹੈਕ ਹੋ ਜਾਊਗਾ, ਸਾਰੀਆਂ ਫੋਟੋਜ਼ ਵਗੈਰਾ ਸਾਰਾ ਕੁਝ ਉਹਦੇ ਕੋਲ। ਰੈਂਡਮਲੀ ਇੱਕ ਕੈਮਰਾ ਓਪਨ ਕਰਕੇ ਦੇਖੀਏ, ਸੋ ਇਸ ਫੋਨ ਦਾ ਕੈਮਰਾ ਓਪਨ ਹੈ, ਸੋ ਆ ਦੇਖੀਏ, ਸੋ ਇਹਦੇ ਵਿੱਚ ਕੁਝ ਕੈਮਰਾ ਓਪਨ ਹੈ, ਤੁਸੀਂ ਦੇਖ ਸਕਦੇ ਹੋ ਦੂਜੀ ਸਕਰੀਨ ਤੇ ਕੈਮਰਾ ਆ ਵੀ ਰਿਹਾ ਐਜ਼ ਇਟ ਇਜ਼ ਸਕਰੀਨ ਸਾਰਾ ਕੈਮਰਾ। ਹਾਂ, ਕੁਝ ਦਿਖਾ ਦਿੰਨੇ ਆ, ਸੋ ਆ ਦੇਖੋ ਕੁਝ। ਤਾਂ ਜਿਵੇਂ ਤੁਸੀਂ ਇਸ ਸਕਰੀਨ ਦੇ ਉੱਤੇ ਦੇਖ ਰਹੇ ਹੋ ਕੈਮਰਾ ਉਸ ਫੋਨ ਦਾ ਚੱਲ ਰਿਹਾ, ਪਰ ਇਸ ਸਕਰੀਨ ਦੇ ਵਿੱਚ ਸਾਰਾ ਡਿਟੇਲ ਤੁਹਾਡੀ ਫੋਟੋਗ੍ਰਾਫ ਜੋ ਉਧਰ ਖਿੱਚੀ ਜਾਏਗੀ ਉਹ ਸਾਰੀ ਇੱਧਰ ਆ ਜਾਏਗੀ। ਭਾਵ ਕਿ ਤੁਹਾਡਾ ਪਰਸਨਲ ਡਾਟਾ ਤੱਕ ਵੀ ਲੀਕ ਕਰ ਲਿਆ ਜਾਊਗਾ। ਇਹਨੂੰ ਹੀ ਫੋਨ ਹੈਕ ਕਰਨਾ ਕਹਿੰਦੇ ਨੇ। ਇਹੀ ਚੀਜ਼ ਹੈ ਬਲਵਿੰਦਰ ਜੀ, ਵੀ ਉਹ ਫੋਨ ਜਿਹੜਾ ਹੈਕ ਕਰ ਲਿਆ ਜਾਂਦਾ ਔਰ ਉਸ ਤੋਂ ਬਿਨਾਂ ਤੁਹਾਨੂੰ ਦੱਸੇ ਪੁੱਛੇ, ਬਿਨਾਂ ਤੁਹਾਨੂੰ ਪਤਾ ਲੱਗੇ ਤੁਹਾਡਾ ਠੱਗੀ ਹੋ ਜਾਊਗੀ। ਜੀ ਬਿਲਕੁਲ। ਸੋ ਇਹਦੇ ਵਿੱਚ ਤੁਸੀਂ ਆਲਰੇਡੀ ਇੱਕ ਐਪਲੀਕੇਸ਼ਨ ਇੰਸਟਾਲ ਕਰ ਲਈ ਹੈ ਐਂਡ ਤੁਹਾਡਾ ਫੋਨ ਦਾ ਸਾਰਾ ਡੇਟਾ ਇੱਕ ਰਿਮੋਟਲੀ ਕੋਈ ਦੇਖ ਪਾ ਰਿਹਾ ਹੁਣ। ਅੱਛਾ, ਜਿਵੇਂ ਇਹ ਕਿੰਨੀ ਕੁ ਦੇਰ ਤੱਕ ਫਿਰ ਉਹ ਕੰਟਰੋਲ ਕਰ ਸਕਦਾ ਸਾਡੇ ਫੋਨ ਨੂੰ? ਦੇਖੋ, ਜਦੋਂ ਤੱਕ ਫਰਾਡਸਟਰ ਆਪਣੇ ਵੱਲੋਂ ਡਿਸਕਨੈਕਟ ਨਹੀਂ ਕਰਦਾ, ਸੋ ਜਿੱਦਾਂ ਇੱਕ ਤਾਂ ਕਨੈਕਟੀਵਿਟੀ ਬਣ ਗਈ, ਰਾਈਟ। ਜਦੋਂ ਤੱਕ ਜਿਵੇਂ ਕਾਲ ਤੇ ਅਸੀਂ ਗੱਲ ਕਰੀਦੀ ਹੈ, ਜਦੋਂ ਤੱਕ ਮੈਂ ਕਾਲ ਨਹੀਂ ਕੱਟ ਕਰਦਾ ਜਾਂ ਤੁਸੀਂ ਕਾਲ ਨਹੀਂ ਕੱਟ ਕਰਦੇ, ਸੋ ਦੋਨਾਂ ਵੱਲੋਂ ਇਹ ਹੈ। ਬਟ ਜਿਹੜਾ ਵਿਕਟਿਮ ਹੁੰਦਾ ਉਹਨੂੰ ਆਈਡੀਆ ਨਹੀਂ ਹੁੰਦਾ ਇਸ ਚੀਜ਼ ਬਾਰੇ ਕਿ ਮੇਰੀ ਸਕਰੀਨ ਕੋਈ ਦੇਖ ਪਾ ਰਿਹਾ, ਸੋ ਇਹ ਜ਼ਿਆਦਾਤਰ ਇਹ ਇਨ ਦੀ ਹੈਂਡਸ ਆਫ ਫਰਾਡਸਟਰ ਹੀ ਰਹਿੰਦਾ। ਉਹ ਜਦੋਂ ਮਨ ਕਰੇ ਉਹਨੂੰ ਡਿਸਕਨੈਕਟ ਕਰ ਦਿੰਦਾ। ਜਦੋਂ ਤੱਕ ਖਾਤਾ ਖਾਲੀ ਨਹੀਂ ਹੁੰਦਾ ਉਦੋਂ ਤੱਕ ਉਹ ਫਿਰ ਲਈ ਜਾਂਦਾ ਨਹੀਂ। ਜੀ। ਸੋ ਇਹਦੇ
ਇਹਦੇ ਲਈ ਲਾਈਕ ਵਿਊਅਰਸ ਨੂੰ ਬਹੁਤ ਇੰਪੋਰਟੈਂਟ ਹੈ ਅਵੇਅਰ ਹੋਣਾ ਕਿ ਇਦਾਂ ਦੀ ਕੋਈ ਵੀ ਐਪਲੀਕੇਸ਼ਨ ਜਾਂ ਤੁਹਾਨੂੰ ਕੋਈ ਕਹਿ ਰਿਹਾ ਹੈ ਜਾਂ ਤੁਹਾਨੂੰ WhatsApp ਤੇ ਆ ਰਹੀ ਹੈ ਜਾਂ ਮੇਲ ਤੇ ਆ ਰਹੀ ਹੈ ਜਾਂ ਕੋਈ ਤੁਹਾਨੂੰ ਲਿੰਕ ਕੁਝ ਇਦਾਂ ਦਾ ਪ੍ਰੋਵਾਈਡ ਕੀਤਾ ਜਾਂਦਾ, ਟੈਕਸਟ ਮੈਸੇਜ ਆਉਂਦੇ ਆ, ਕਦੀ ਵੀ ਇਦਾਂ ਦੀ ਕੋਈ ਅਨਵਾਂਟਡ ਐਪਲੀਕੇਸ਼ਨ ਬਿਨਾਂ ਜਾਣੇ ਉਹਦਾ ਕੀ ਯੂਜ਼ ਹੈ, ਕਿਉਂ ਇੰਸਟਾਲ ਕਰਵਾਈ ਜਾ ਰਹੀ ਹੈ, ਕਦੀ ਵੀ ਆਪਣੇ ਫੋਨ ਤੇ ਇੰਸਟਾਲ ਨਹੀਂ ਕਰਨੀ ਚਾਹੀਦੀ। ਜਿਵੇਂ ਆਪਾਂ ਡਾਟਾ ਕੋਈ ਐਪਲੀਕੇਸ਼ਨ ਜਿਵੇਂ ਆਪਾਂ ਡਾਊਨਲੋਡ ਕਰਦੇ ਹਾਂ ਉਹਦੇ ਵਿੱਚ ਆਪਣਾ ਡਾਟਾ ਭਰ ਦਿੰਦੇ ਆ, ਆਪਣੀ ਈਮੇਲ ਆਈਡੀ ਵੀ ਦਿੰਦੇ ਆ, ਫੋਨ ਨੰਬਰ ਵੀ ਦਿੰਦੇ ਆ, ਉਹ ਤੋਂ ਵੀ OTP ਸਾਡੇ ਕੋਲ ਮੰਗਿਆ ਜਾਂਦਾ ਹੈ ਵੀ ਤੁਸੀਂ ਇਹਦੇ ਰਜਿਸਟਰਡ ਇੱਕ ਯੂਜ਼ਰ ਬਣ ਜਾਓ, ਚਾਹੇ ਉਹ ਕੋਈ ਫੂਡ ਸਾਈਟ ਹੀ ਹੋਵੇ ਜਿੱਥੋਂ ਆਪਾਂ ਕੋਈ ਫੂਡ ਆਰਡਰ ਕਰਨਾ ਹੋਵੇ, ਤਾਂ ਉਹਦੇ ਵਿੱਚ ਵੀ ਸੇਮ ਇਦਾਂ ਡਾਟਾ ਹੈਕ ਵਗੈਰਾ ਹੋ ਜਾਂਦਾ। ਦੇਖੋ ਇਦਾਂ ਦੇ ਕੇਸਿਸ ਵਿੱਚ ਜਦੋਂ ਅਸੀਂ ਕਿਤੇ ਅਕਾਊਂਟ ਕ੍ਰੀਏਟ ਕਰਦੇ ਹਾਂ ਆਨਲਾਈਨ, ਕੋਈ ਵੀ ਵੈਬਸਾਈਟ ਹੈ, ਚਾਹੇ ਫੂਡ ਆਰਡਰਿੰਗ ਜਾਂ ਈ-ਕਮਰਸ ਦੀ ਵੈਬਸਾਈਟ ਹੈ, ਚਾਹੇ ਕੋਈ ਲਾਈਕ ਆਨਲਾਈਨ ਲਰਨਿੰਗ ਵੈਬਸਾਈਟਸ ਹੈ, ਸੋਸ਼ਲ ਮੀਡੀਆ ਵੈਬਸਾਈਟ ਹੈ, ਜਦੋਂ ਆਪਾਂ ਇਹਨਾਂ ਤੇ ਕੋਈ ਅਕਾਊਂਟ ਕ੍ਰੀਏਟ ਕਰਦੇ ਹਾਂ ਉਹਦਾ ਮਤਲਬ ਅਸੀਂ ਜਦੋਂ ਸਾਈਨ ਅਪ ਫਾਰਮ ਫਿਲ ਕਰਦੇ ਹਾਂ, ਸੋ ਬਹੁਤ ਸਾਰੇ ਵਿਊਅਰਸ ਨੂੰ ਪਤਾ ਕਿ ਜਦੋਂ ਆਪਾਂ ਸਾਈਨ ਅਪ ਫਾਰਮ ਫਿਲ ਕਰਦੇ ਹਾਂ ਆਪਣਾ ਨਾਮ, ਆਪਣਾ ਫੋਨ ਨੰਬਰ, ਈਮੇਲ ਆਈਡੀ, ਆਪਣਾ ਲਾਈਕ ਡੇਟ ਆਫ ਬਰਥ ਜਾਂ ਕੁਝ ਹੋਰ XYZ ਚੀਜ਼ਾਂ ਆਪਾਂ ਜਦੋਂ ਸਾਈਨ ਅਪ ਕਰਦੇ ਹਾਂ ਉਹ ਸਾਰੀਆਂ ਲਾਈਕ ਸੇਵ ਕਰਦੇ, ਰਜਿਸਟਰ ਤੇ ਕਲਿੱਕ ਕਰਦੇ, ਮਤਲਬ ਸਾਡਾ ਇਹ ਡੇਟਾ ਇੱਕ ਵੈਬਸਾਈਟ ਤੇ ਜਾ ਕੇ ਸਟੋਰ ਹੋ ਗਿਆ, ਰਾਈਟ। ਚਾਹੇ ਉਹ ਫੂਡ ਆਰਡਰਿੰਗ ਐਪਲੀਕੇਸ਼ਨ ਹੈ, ਕੋਈ ਆਨਲਾਈਨ Amazon ਹੈ, ਕੋਈ ਵੀ XYZ ਐਪਲੀਕੇਸ਼ਨ। ਸੋ ਜਦੋਂ ਇਹ ਡਾਟਾ ਜਾ ਕੇ ਤੁਹਾਡਾ ਸੇਵ ਹੋ ਗਿਆ ਉਹਨਾਂ ਦੇ ਕੋਲ, ਸੋ ਇਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਆ ਜਾਂ ਲੋਕਾਂ ਦਾ ਡੇਟਾ ਲੀਕ ਕਿੱਦਾਂ ਹੁੰਦਾ, ਬਹੁਤ ਸਾਰੇ ਕਸਟਮਰ ਵਿਊਅਰਸ ਇਹ ਵੀ ਸੋਚ ਰਹੇ ਹੋਣਗੇ ਕਿ ਅਸੀਂ ਕਦੀ ਕਿਸੇ ਨੂੰ ਡਾਟਾ ਦਿੱਤਾ ਨਹੀਂ, ਅਸੀਂ ਕੋਈ ਇਦਾਂ ਦੀ ਐਪਲੀਕੇਸ਼ਨ ਇੰਸਟਾਲ ਨਹੀਂ ਕਰੀ ਦੀ, ਕਿਉਂਕਿ ਕਾਫੀ ਸਾਰੇ ਅਵੇਅਰ ਯੂਜ਼ਰਸ ਵੀ ਦੇਖ ਰਹੇ ਹੋਣਗੇ। ਸੋ ਅਸੀਂ ਕਦੀ ਕਿਸੇ ਨੂੰ OTP ਨਹੀਂ ਦਿੱਤਾ ਕਿਉਂਕਿ OTP ਇੱਕ ਬੈਂਕ ਬਾਰ-ਬਾਰ ਅਵੇਅਰ ਕਰਦਾ ਕਿ OTP ਨਹੀਂ ਦੇਈਦਾ, ਰਾਈਟ। ਨਾ ਹੀ ਅਸੀਂ ਕਿਸੇ ਨੂੰ ਇਦਾਂ ਗਲਤ ਕਾਲ ਕੀਤੀ, ਪਰ ਫਿਰ ਵੀ ਸਾਡੇ ਪੈਸੇ ਕਿੱਦਾਂ ਟ੍ਰਾਂਸਫਰ ਹੋ ਗਏ ਜਾਂ ਫਿਰ ਵੀ ਸਾਡੇ ਨੈਟ ਮੈਸੇਜ ਆ ਗਿਆ ਕਿ ਪੈਸੇ ਹੈਜ਼ ਬੀਨ ਡੈਬਿਟਡ, ਲਈ ਤੁਹਾਡੇ ਕੱਟੇ ਗਏ ਪੈਸੇ। ਸੋ ਇਹ ਕਿੱਦਾਂ ਹੁੰਦਾ, ਬਹੁਤ ਵਾਰੀ ਇਦਾਂ ਹੁੰਦਾ ਜਦੋਂ ਅਸੀਂ ਆਨਲਾਈਨ ਵੈਬਸਾਈਟਸ ਤੇ ਅਕਾਊਂਟ ਬਣਾਈਦਾ ਹੈ ਜਾਂ ਪੇਮੈਂਟਸ ਕਰੀਦੀ ਹੈ, ਸੋ ਵੈਬਸਾਈਟਸ ਤੇ ਜਾ ਕੇ ਸਾਡਾ ਨਾਮ, ਈਮੇਲ ਆਈਡੀ, ਐਡਰੈਸ ਜਾ ਕੇ ਸਟੋਰ ਹੋ ਜਾਂਦਾ ਹੈ, ਜਿਸ 'ਚ ਬੈਂਕਿੰਗ ਡਿਟੇਲਸ ਵੀ ਆਉਂਦੀਆਂ। ਬਹੁਤ ਵਾਰੀ ਇਦਾਂ ਦੀ ਐਗਜ਼ਾਮਪਲਸ ਸਾਹਮਣੇ ਆਈਆਂ ਹੈ ਕਿ ਉਹ ਵੈਬਸਾਈਟ ਜਿੱਥੇ ਤੁਸੀਂ ਅਕਾਊਂਟ ਬਣਾਇਆ ਸੀ ਜਾਂ ਕਦੀ ਵੀ ਆਨਲਾਈਨ ਆਰਡਰ ਕੀਤਾ ਸੀ ਜਾਂ ਕੋਈ ਪ੍ਰੋਡਕਟ ਘਰੇ ਖਾਣ ਲਈ ਮੰਗਵਾਇਆ ਸੀ, ਜੇ ਕਦੀ ਵੀ ਇਦਾਂ ਆਰਡਰ ਕੀਤਾ ਹੈ, ਲਾਈਕ ਇੱਕ ਛੋਟੀ ਜਿਹੀ ਐਗਜ਼ਾਮਪਲ ਦਈਏ, ਅਗਰ ਡੋਮੀਨੋਜ਼ ਇੰਡੀਆ ਦੀ ਲਾਸਟ ਮੰਥ ਕੀ ਹੋਇਆ, ਉਹਨਾਂ ਦਾ ਸਾਰਾ ਡੇਟਾ ਪਬਲਿਕਲੀ ਲੀਕ ਹੋ ਗਿਆ। ਮਤਲਬ ਜਿੰਨੇ ਵੀ ਲੋਕਾਂ ਨੇ ਜਾਂ ਜਿੰਨੇ ਵੀ ਲਾਈਕ ਪੀਪਲਸ ਨੇ ਆਪਣਾ ਅਕਾਊਂਟ ਕ੍ਰੀਏਟ ਕੀਤਾ ਸੀ ਉੱਤੇ, ਲਾਈਕ ਉਹਨਾਂ ਦਾ ਨਾਮ, ਉਹਨਾਂ ਦੀ ਮੇਲ ਆਈਡੀਜ਼, ਉਹਨਾਂ ਦੇ ਐਡਰੈਸ, ਉਹਨਾਂ ਦੀ ਪਰਚੇਜ਼ਿੰਗ ਹਿਸਟਰੀ, ਉਹ ਪਬਲਿਕਲੀ ਲੀਕ ਹੋ ਗਈ। ਅੱਛਾ, ਇੱਥੋਂ ਤੱਕ ਵੀ ਉਹਨੇ ਆਰਡਰ ਕੀ ਕੀਤਾ ਖਾਣ ਵਾਸਤੇ ਵੀ ਪਤਾ ਲੱਗ ਗਿਆ ਹੈਕਰ ਨੂੰ। ਜੀ ਬਿਲਕੁਲ, ਇਹ ਮਤਲਬ ਉਹਨੇ ਕੀ ਲਾਈਕ ਚੀਜ਼ਾਂ, ਉਹਨੇ ਕਿਹੜਾ ਕੁਆਲਿਟੀ ਦਾ ਪੀਜ਼ਾ, ਮਤਲਬ ਇੱਕ ਇਨ ਸ਼ਾਰਟ ਉਹਦਾ ਪੂਰਾ ਡੇਟਾਬੇਸ ਲੀਕ ਕਰ ਦਿੱਤਾ ਗਿਆ ਆਨਲਾਈਨ, ਉਹਦੀ ਸਾਰੀ ਡਿਟੇਲਸ ਪਬਲਿਕਲੀ ਪੀ। ਸੋ ਇਹਦੇ ਵਿੱਚ ਕਸਟਮਰ ਦੀ ਗਲਤੀ ਨਹੀਂ ਹੈ, ਹੁਣ ਇਹਦੇ ਵਿੱਚ ਗਲਤੀ ਆ ਜਾਂਦੀ ਹੈ ਇੱਕ ਵੈਬਸਾਈਟ ਦੀ। ਉਸ ਵੈਬਸਾਈਟ ਨੇ ਆਪਣੀ ਵੈਬਸਾਈਟ ਦੀ ਸਿਕਿਉਰਿਟੀ ਅਸੈਸਮੈਂਟ ਨਹੀਂ ਕਰਵਾਇਆ, ਆਪਣਾ ਡੇਟਾ ਸਿਕਿਉਰਿਟੀ ਨਹੀਂ ਕਰਵਾਇਆ, ਆਪਣੀ ਵੈਬਸਾਈਟ ਦੀ VAPT ਨਹੀਂ ਕਰਵਾਈ। ਸੋ ਅਗਰ ਕੋਈ ਵੀ ਇਦਾਂ ਦਾ ਵਿਊਅਰ ਹੈ ਜਾਂ ਤੁਸੀਂ ਇਦਾਂ ਦਾ ਵੈਬਸਾਈਟ ਚਲਾ ਰਹੇ ਹੋ ਜਾਂ ਤੁਸੀਂ ਇਦਾਂ ਦੀ ਵੈਬਸਾਈਟ ਤੇ ਅਕਾਊਂਟ ਬਣਾਇਆ ਹੈ, ਪਹਿਲਾਂ ਇਹ ਜ਼ਰੂਰ ਚੈੱਕ ਕਰਿਆ ਕਰੋ ਕਿ ਵੈਬਸਾਈਟ ਕਿੰਨੀ ਸਿਕਿਉਰ ਹੈ, ਮਤਲਬ ਇਹ ਪਤਾ ਹੋਣਾ ਚਾਹੀਦਾ ਕਿ ਉਹਦੀ ਲਾਸਟ ਹਿਸਟਰੀ ਕੀ ਹੈ, ਪਹਿਲਾਂ ਕਦੀ ਕੰਪਰੋਮਾਈਜ਼ ਤਾਂ ਨਹੀਂ ਹੋਈ। ਸੋ ਇਸ ਹਰ ਕੰਪਨੀ ਲਈ ਇੱਕ ਸਿਕਿਉਰਿਟੀ ਅਸੈਸਮੈਂਟ ਕਰਾਉਣਾ ਬਹੁਤ ਜ਼ਰੂਰੀ ਹੈ, ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਂਦਾ ਤੁਹਾਡੀ ਵੈਬਸਾਈਟ 'ਚ ਕੀ ਬਗ ਨੇ। ਸੋ ਇਹਨੂੰ ਇਨ ਸ਼ਾਰਟ ਅਸੀਂ ਕਹੀਦਾ VAPT ਕਰਨਾ। ਸੋ ਬਹੁਤ ਸਾਰੀ ਕੰਪਨੀਜ਼ ਲਾਈਕ ਅਸੀਂ ਆਲਰੇਡੀ ਪ੍ਰੋਵਾਈਡ ਕਰਦੇ, VAPT ਸਰਵਿਸਿਜ਼ ਇਹਨੂੰ ਕਿਹਾ ਜਾਂਦਾ ਹੈ। ਅੱਛਾ, ਜਿਵੇਂ ਬਾਈ ਜੀ ਇਹ ਤਾਂ ਬਲਿੰਦਰ ਜੀ ਸਾਨੂੰ ਪਤਾ ਲੱਗ ਗਿਆ ਵੀ ਠੱਗੀ ਵੱਜ ਜਾਂਦੀ ਹੈ ਇਸ ਤਰੀਕੇ ਨਾਲ, ਘੱਟੋ ਘੱਟ ਆਪਾਂ OTP ਨਹੀਂ ਦੇਣਾ ਜਾਂ ਘੱਟੋ ਘੱਟ ਕੋਈ ਕੋਡ ਆਪਣੇ ਫੋਨ 'ਚ ਭਰਨਾ ਨਹੀਂ ਕਿਸੇ ਠੱਗ ਦਾ ਦੱਸਿਆ ਹੋਇਆ, ਇਹ ਤਾਂ ਚਲੋ ਦਰਸ਼ਕ ਸਮਝ ਵੀ ਗਏ ਹੋਣਗੇ। ਹੁਣ ਇੱਕ ਆਮ ਇਨਸਾਨ ਨੂੰ, ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਵੈਬਸਾਈਟਸ ਦੇ ਕੰਪਰੋਮਾਈਜ਼ ਹੋ ਗਿਆ, ਉਹਨਾਂ ਦਾ ਡਾਟਾ ਲੀਕ ਹੋ ਗਏ, ਪਿੱਛੇ ਜੀ ਫੇਸਬੁੱਕ ਤੱਕ ਦਾ ਵੀ ਰੌਲਾ ਪਿਆ ਸੀਗਾ ਵੀ ਡਾਟਾ ਜਿਹੜਾ ਉਹ ਬਹੁਤ ਇੰਟਰਨੈਸ਼ਨਲੀ ਪੱਧਰ ਦੇ ਉੱਤੇ ਉਸ ਦਾ ਰੌਲਾ ਪਿਆ। ਹੁਣ ਉਸ ਵੈਬਸਾਈਟ ਤੋਂ ਇੱਕ ਆਮ ਇਨਸਾਨ ਨੂੰ ਪਤਾ ਕਿਵੇਂ ਲੱਗੇਗਾ ਵੀ ਮੇਰਾ ਡਾਟਾ ਚੋਰੀ ਹੋ ਗਿਆ? ਵੀ ਮੈਂ ਚਲੋ ਜੇ ਮੈਂ ਮੰਨ ਲਓ ਭਾਵ ਕਿ ਮੈਂ ਕਿਸੇ ਫੂਡ ਜਿਹੜੀ ਸਾਈਟ ਹੈ ਉਹਦੇ ਉੱਤੇ ਆਪਣਾ ਅਕਾਊਂਟ ਬਣਾਇਆ ਸੀ ਤਾਂ ਉਹ ਸਾਈਟ ਹੈਕ ਹੋ ਗਈ ਹੈ, ਉਹਦਾ ਡਾਟਾ ਲੀਕ ਹੋ ਗਿਆ, ਤਾਂ ਮੇਰਾ ਅਕਾਊਂਟ ਵਿੱਚ ਸੀਗਾ, ਪਰ ਮੈਨੂੰ ਪਤਾ ਕਿੱਦਾਂ ਲੱਗੇਗਾ ਕਿ ਮੇਰਾ ਡਾਟਾ ਚਲਾ ਗਿਆ? ਦੇਖੋ ਇਹ ਬੜਾ ਹੀ ਇੱਕ ਇੰਪੋਰਟੈਂਟ ਕੁਐਸਚਨ ਹੈ। ਆਈ ਹੋਪ ਜਦੋਂ ਅਸੀਂ ਗੱਲ ਕਰ ਰਹੇ ਸੀ ਨਾ, ਬਹੁਤ ਸਾਰੇ ਵਿਊਅਰਸ ਦੇ ਪਹਿਲਾਂ ਹੀ ਮਾਈਂਡ ਵਿੱਚ ਆਇਆ ਹੋਊਗਾ ਕਿ ਠੀਕ ਹੈ ਪਲਵਿੰਦਰ, ਅਸੀਂ ਹੋ ਗਏ ਕੰਪਰੋਮਾਈਜ਼, ਕਿਸੇ ਵੈਬਸਾਈਟ ਨੇ ਸਾਡਾ ਡੇਟਾ ਲੀਕ ਕਰਤਾ, ਮੇਰਾ ਪਾਸਵਰਡ ਜਾਂ ਕਿਸੇ ਕੋਲ ਪਹੁੰਚ ਗਿਆ, ਬਟ ਇਹ ਚੈੱਕ ਕਿੱਦਾਂ ਕਰਾਂਗੇ ਕਿ ਸਾਡਾ ਡੇਟਾ ਕਿਸੇ ਕੋਲ ਲੀਕ ਹੋਇਆ ਜਾਂ ਨਹੀਂ ਹੋਇਆ, ਜਾਂ ਮੇਰਾ ਅਕਾਊਂਟ ਡੋਮਿਨੋਜ਼ ਦੇ ਥਰੂ ਲੀਕ ਹੋਇਆ ਜਾਂ ਨਹੀਂ ਹੋਇਆ, ਜਾਂ ਲਿੰਕਡਇਨ ਦੇ ਥਰੂ ਹੋਇਆ ਜਾਂ ਨਹੀਂ ਹੋਇਆ? ਸੋ ਇਹ ਚੈੱਕ ਕਰਨ ਲਈ ਇੱਕ ਬਹੁਤ ਹੀ ਪਪੂਲਰ ਪਲੇਟਫਾਰਮ ਹੈ। ਮੈਂ ਰਿਕੁਐਸਟ ਕਰਾਂਗਾ ਕਿ ਇੱਕ ਵਾਰੀ ਜ਼ਰੂਰ ਇਹਨੂੰ ਦਿਖਾਇਆ ਜਾਏ। ਕੈਮਰਾਮੈਨ ਨੂੰ ਕਹੂੰਗਾ ਕਿ ਇਹ ਚੀਜ਼ਾਂ ਪ੍ਰੈਕਟੀਕਲੀ ਜ਼ਰੂਰ ਦਿਖਾਉਣ, ਬਿਲਕੁਲ ਸਾਫ਼ ਤਰੀਕੇ ਦੇ ਨਾਲ, ਤਾਂ ਜੋ ਦਰਸ਼ਕ ਜਿਹੜੇ ਨੇ ਉਹ ਸਮਝ ਸਕਣ ਔਰ ਇਹਦਾ ਵੱਧ ਤੋਂ ਵੱਧ ਲਾਹਾ ਜ਼ਰੂਰ ਚੱਕ ਸਕਣ। ਜੀ, ਸੋ ਇੱਕ ਬੜੀ ਪਪੂਲਰ ਵੈਬਸਾਈਟ ਹੈ ਹੈਵ ਆਈ ਬੀਨ ਪਾਉਂਡ।
ਸੋ ਇੱਕ ਇਦਾਂ ਦੀ ਵੈਬਸਾਈਟ ਹੈ ਜਿਹਦੇ ਕੋਲ ਜਿੰਨੀਆਂ ਵੀ ਵੈਬਸਾਈਟਸ ਲਾਈਕ ਪਬਲਿਕਲੀ ਕੰਪਰੋਮਾਈਜ਼ ਹੁੰਦੀਆਂ, ਸੋ ਕੰਪਰੋਮਾਈਜ਼ ਹੋਣ ਦਾ ਮਤਲਬ ਉਹਨਾਂ ਦਾ ਡੇਟਾ ਕਿਤੇ ਇੰਟਰਨੈਟ ਤੇ ਲੀਕ ਕੀਤਾ ਗਿਆ। ਸੋ ਇਹ ਵੈਬਸਾਈਟਸ ਉਹਨਾਂ ਦਾ ਡੇਟਾ ਮੇਨਟੇਨ ਕਰਦੀ ਹੈ, ਮਤਲਬ ਆਪਣੇ ਕੋਲ ਰੱਖਦੀ ਹੈ, ਸੋ ਦੈਟ ਲੋਕਾਂ ਨੂੰ ਅਵੇਅਰ ਕੀਤਾ ਜਾਏ ਕਿ ਤੁਸੀਂ ਵੀ ਇਸ ਹੈਕ ਦਾ ਪਾਰਟ ਹੋ। ਸੋ ਅਸੀਂ ਕੋਈ ਵੀ ਮੇਲ ਆਈਡੀ ਇੱਥੇ ਪਾ ਕੇ, ਵਿਊਅਰਸ ਆਪਣੇ ਮੇਲ ਆਈਡੀ ਇੱਥੇ ਪਾ ਕੇ ਚੈੱਕ ਕਰ ਸਕਦੇ। ਵੈਬਸਾਈਟ ਦਾ ਨਾਮ ਹੈ ਹੈਵ ਆਈ ਬੀਨ ਪੌਂਡ। ਸੋ ਮੈਂ ਲਾਈਕ ਰਿਕੁਐਸਟ ਕਰਾਂਗਾ ਕਿ ਇਹਨੂੰ ਜ਼ੂਮ ਕਰਕੇ ਜ਼ਰੂਰ ਦਿਖਾਇਆ ਜਾਏ, ਕਿਉਂਕਿ ਇਹ ਵੈਬਸਾਈਟ ਦਾ ਨਾਮ ਇਜ਼ ਇੰਪੋਰਟੈਂਟ, ਕਿਉਂਕਿ ਬਹੁਤ ਸਾਰੇ ਲਾਈਕ ਵਿਊਅਰਸ ਕੀ ਕਰਨਗੇ, ਇਹਨੂੰ ਗੂਗਲ ਤੇ ਜਾ ਕੇ ਸਰਚ ਕਰਨਗੇ। ਸੋ ਗੂਗਲ ਨਾਲੋਂ ਬੈਟਰ, ਕਿਉਂਕਿ ਹੋ ਸਕਦਾ ਕੋਈ ਗਲਤ ਵੈਬਸਾਈਟ ਤੇ ਤੁਸੀਂ ਵਿਜ਼ਿਟ ਕਰ ਜਾਓ, ਤਾਂ ਸਿੱਧੇ ਹੀ ਇਸ ਵੈਬਸਾਈਟ ਨੂੰ ਤੁਸੀਂ URL 'ਚ ਜਾ ਕੇ ਜ਼ਰੂਰ ਟਾਈਪ ਕਰਿਓ haveibeenpond.com। ਸੋ ਜਦੋਂ ਇਸ ਵੈਬਸਾਈਟ ਤੇ ਵਿਜ਼ਿਟ ਕਰਾਂਗੇ ਅਸੀਂ ਰੈਂਡਮ ਇੱਕ ਮੇਰੀ ਆਈਡੀ ਸਰਚ ਕਰ ਲਓ ਵੀ ਕਿਤੇ ਹੈਕ ਹੋਈ ਜਾਂ ਡਾਟਾ। ਇੱਕ ਵਾਰੀ ਆਪਾਂ ਮੇਲ ਆਈਡੀ ਚੈੱਕ ਕਰ ਲੈਂਦੇ ਆ। ਸੋ ਮੈਂ ਇੱਥੇ ਮੇਲ ਆਈਡੀ ਫਿਲ ਕਰ ਰਿਹਾ, sukhvinder@gmail.com। ਸੋ ਇਹ ਦੇਖੋ ਕੁਝ ਰੈਂਡਮ ਮੇਲ ਆਈਡੀ ਹੈ ਜਸਟ ਸਰਚ ਕੀਤੀ ਹੈ। ਸੋ ਇੱਥੇ ਪਤਾ ਚੱਲ ਰਿਹਾ ਜਿਹਦਾ ਵੀ ਇਹ ਅਕਾਊਂਟ ਹੈ sukhvinder@gmail.com, ਇਸ ਦਾ ਅਕਾਊਂਟ 20 ਟਾਈਮਸ ਬ੍ਰੀਚ ਹੋਇਆ। ਮਤਲਬ ਇਹਦਾ ਅਕਾਊਂਟ ਬਹੁਤ ਸਾਰੀ ਵੈਬਸਾਈਟਸ ਤੇ ਹੋਏਗਾ, ਉਹਦੇ ਵਿੱਚੋਂ 20 ਇਦਾਂ ਦੀਆਂ ਵੈਬਸਾਈਟਸ ਹੈ ਜਿਹਦੇ ਉੱਤੇ ਇਹਦਾ ਡੇਟਾ ਲੀਕ ਹੋਇਆ। ਹੁਣ ਉਹ ਕਿਹੜੀਆਂ ਵੈਬਸਾਈਟਸ ਹੈ ਕਿ ਕਿਤੇ ਕਿਤੇ ਇਹਦਾ ਅਕਾਊਂਟ ਸੀਗਾ ਜਿੱਥੋਂ ਡੇਟਾ ਬ੍ਰੀਚ ਹੋਇਆ। ਸੋ ਅਸੀਂ ਥੋੜਾ ਸਕਰੋਲ ਕਰਕੇ ਵਿਊਅਰਸ ਨੂੰ ਦਿਖਾਣਾ ਚਾਹੁੰਦੇ ਹਾਂ। ਸੋ ਇਸ ਪਰਸਨ ਦਾ ਅਕਾਊਂਟ ਸੀ ਅਡੋਬੇ ਤੇ, ਠੀਕ ਹੈ। ਅਡੋਬੇ 2013 ਵਿੱਚ ਕੰਪਰੋਮਾਈਜ਼ ਹੋਈ, ਉਹਦੇ ਵਿੱਚ 153 ਮਿਲੀਅਨ ਦਾ ਡੇਟਾ ਲੀਕ ਹੋਇਆ। ਜਿਵੇਂ ਲਾਈਕ ਹੋਰ ਬਹੁਤ ਸਾਰੀਆਂ ਵੈਬਸਾਈਟ ਕੀ ਉਸ ਬੰਦੇ ਦੀ ਪਰਸਨਲ ਇਨਫੋਰਮੇਸ਼ਨ ਕਿਹੜੀ ਚਲੀ ਗਈ। ਆਪਾਂ ਰੈਂਡਮਲੀ ਇੱਥੇ ਜਸਟ ਚੈੱਕ ਕਰ ਰਹੇ ਹਾਂ ਕਿ ਡੋਮਿਨੋਜ਼ ਦਾ ਡੇਟਾ ਬ੍ਰੀਚ ਹੋਇਆ, ਉਹਦੇ ਵਿੱਚ ਵੀ ਇਸ ਪਰਸਨ ਦਾ ਅਕਾਊਂਟ ਸੀਗਾ। ਸੋ ਕੀ ਡੇਟਾ ਗਿਆ। ਸੋ ਇਹਦੇ ਵਿੱਚ ਲਾਸਟ ਲਾਈਨ ਤੇ ਦਿਖਾਇਆ ਜਾ ਰਿਹਾ ਉਸ ਪਰਸਨ ਦੀ ਈਮੇਲ ਆਈਡੀ, ਉਸ ਪਰਸਨ ਦਾ ਨਾਮ, ਉਹਦਾ ਫੋਨ ਨੰਬਰ, ਉਹਦਾ ਐਡਰੈਸ, ਉਹਦੀ ਪਰਚੇਜ਼ਿੰਗ ਹਿਸਟਰੀ। ਮਤਲਬ ਕਹਿ ਰਹੇ ਸੀ ਵੀ ਖਾਦਾ ਪੀਤਾ ਵੀ ਦੱਸ ਦੋ। ਸੋ ਉਹਦੇ ਵਿੱਚ ਉਹਦੀ ਪਰਚੇਜ਼ਸ, ਮਤਲਬ ਕੀ ਬਾਏ ਕੀਤਾ ਹੈ। ਸੋ ਮਤਲਬ ਇਨ ਸ਼ਾਰਟ ਡੋਮਿਨੋਜ਼ ਦਾ ਪੂਰਾ ਡੇਟਾਬੇਸ ਲੀਕ ਕਰ ਦਿੱਤਾ ਗਿਆ, ਜਿੰਨਾ ਡੇਟਾਬੇਸ 'ਚ ਜੋ ਡੇਟਾ ਸੀ ਕਸਟਮਰਸ ਦਾ। ਸੋ ਕਿੰਨੇ ਲੋਕ ਹੈ, 22.5 ਮਿਲੀਅਨ ਲੋਕ ਹੈ ਜਿਨ੍ਹਾਂ ਦਾ ਡੇਟਾ, ਹੁਣ ਜਿਹੜੇ ਲੋਕ ਇਹਦਾ ਵਿਕਟਿਮ ਬਣਨਗੇ ਰਾਈਟ, ਉਹਨਾਂ ਦਾ ਇਹ ਸਾਰਾ ਡੇਟਾ ਪਬਲਿਕਲੀ ਕੀਤੇ ਪਿਆ। ਐਂਡ ਜਦੋਂ ਕਦੀ ਉਹਨਾਂ ਨਾਲ ਫਰਾਡ ਹੋਏਗਾ, ਫਿਰ ਉਹ ਕਹਿਣਗੇ ਕਿ ਲਾਈਕ ਮੇਰਾ ਫੋਨ ਨੰਬਰ ਪਤਾ ਨਹੀਂ ਕਿੱਦਾਂ ਲੀਕ ਹੋ ਗਿਆ, ਮੈਂ ਤਾਂ ਕਦੀ ਕਿਸੇ ਨੂੰ ਫੋਨ ਨੰਬਰ ਨਹੀਂ ਦਿੱਤਾ, ਮੈਂ ਤਾਂ ਕਦੀ ਕਿਸੇ ਨੂੰ ਮੇਲ ਆਈਡੀ ਨਹੀਂ ਦਿੱਤੀ, ਮੈਂ ਆਪਣੇ ਘਰ ਦਾ ਐਡਰੈਸ ਕਦੀ ਪੁੱਟ ਅਪ ਨਹੀਂ ਕੀਤਾ ਕਿਤੇ। ਬਟ ਇਦਾਂ ਦੇ ਛੋਟੇ ਪਲੇਟਫਾਰਮਸ ਹੈ ਜਦੋਂ ਇਹ ਕੰਪਰੋਮਾਈਜ਼ ਹੋ ਜਾਂਦੇ ਹੈ, ਸੋ ਇਹਨਾਂ ਦਾ ਸਾਰਾ ਡੇਟਾ ਲੀਕ ਪਬਲਿਕਲੀ। ਜਿਵੇਂ ਮੈਂ ਇੱਕ ਉਹਦੇ ਵਿੱਚ ਹੀ ਵੈਬਸਾਈਟ ਦੇ ਵਿੱਚ ਉੱਪਰ ਵਾਲੀ ਦੇ ਵਿੱਚ ਦੇਖ ਰਿਹਾ, ਉਹਦੇ ਵਿੱਚ ਪਾਸਵਰਡ ਤੱਕ ਵੀ ਲਿਖਿਆ ਜੀ। ਇੱਥੇ ਤੁਸੀਂ ਆ ਦੇਖ ਸਕਦੇ ਹੋ ਡ੍ਰੌਪਬਾਕਸ ਇੱਕ ਬੜਾ ਪਪੂਲਰ ਲਾਈਕ ਪਲੇਟਫਾਰਮ ਹੈ ਜਿਹਦੇ ਤੇ ਅਸੀਂ ਇੱਕ ਦੂਜੇ ਨਾਲ ਫਾਈਲਸ ਸ਼ੇਅਰ ਕਰ ਸਕਦੇ ਹਾਂ। ਕੋਈ ਮੈਂ ਅਗਰ ਫਾਈਲ ਇੱਕ ਫੋਨ ਤੋਂ ਜਾਂ ਦੂਜੇ ਪਲੇਟਫਾਰਮ ਸਿਸਟਮ 'ਚ ਕਰਨੀ ਹੋਵੇ, ਇੱਕ ਪਪੂਲਰ ਕਲਾਊਡ ਡਰਾਈਵ ਹੈ ਇਹ ਰਾਈਟ। ਸੋ ਇਹਦੇ ਵਿੱਚ ਜਦੋਂ ਇਹ ਕੰਪਰੋਮਾਈਜ਼ ਹੋਈ ਸੀ 2012 ਵਿੱਚ, ਇਹਦੇ ਵਿੱਚ ਈਮੇਲ ਆਈਡੀ ਐਂਡ ਸਾਰੇ ਲੋਕਾਂ ਦਾ ਪਾਸਵਰਡ ਜਿਨ੍ਹਾਂ ਨੇ ਇੱਥੇ ਅਕਾਊਂਟ ਬਣਾਇਆ ਸੀ ਉਹ ਵੀ ਲੀਕ ਹੋਇਆ ਸੀਗਾ। ਤਾਂ ਉਹਦੇ ਵਿੱਚੋਂ ਕੱਢ ਕੇ ਜੋ ਈਮੇਲ ਦੇ ਵਿੱਚ ਆਇਆ ਹੋਊਗਾ ਸਾਰਾ ਕੁਝ ਲੈ ਸਕਦੇ ਨੇ। ਸੋ ਇਹਦੇ ਵਿੱਚ ਲੀਕ ਹੋਇਆ ਡ੍ਰੌਪਬਾਕਸ ਦਾ ਅਕਾਊਂਟ। ਬਟ ਇਹਦੇ ਵਿੱਚ ਪ੍ਰੋਬਲਮ ਇੱਕ ਕੀ ਆਉਂਦੀ ਹੈ, ਬਹੁਤ ਸਾਰੇ ਵਿਊਅਰਸ ਵੀ ਦੇਖ ਰਹੇ ਆ, ਇਹਦੇ ਵਿੱਚ ਪ੍ਰੋਬਲਮ ਕੀ ਆਉਂਦੀ, ਜੋ ਤੁਸੀਂ ਪਾਸਵਰਡ ਡ੍ਰੌਪਬਾਕਸ ਦਾ ਰੱਖਿਆ, ਮਤਲਬ ਆ ਇੱਕ ਬੜਾ ਪਪੂਲਰ ਪਲੇਟਫਾਰਮ ਹੈ ਡ੍ਰੌਪਬਾਕਸ, ਜੋ ਪਾਸਵਰਡ ਤੁਸੀਂ ਡ੍ਰੌਪਬਾਕਸ ਦਾ ਰੱਖਿਆ ਹੋਇਆ ਹੈ, ਉਹ ਸੇਮ ਪਾਸਵਰਡ ਜਿਹੜੀ ਵੈਬਸਾਈਟ ਦਾ ਰੱਖਿਆ ਹੈ, ਮਤਲਬ ਪਾਸਵਰਡ ਇੱਥੋਂ ਦੇਖ ਲਿਆ ਜਾਏਗਾ ਰਾਈਟ। ਜਿਹੜੇ ਫਰਾਡਸਟਰਸ ਆਏ ਜਦੋਂ ਡੇਟਾ ਪਬਲਿਕਲੀ ਐਕਸੈਸ ਹੋਏਗਾ, ਪਾਸਵਰਡ ਇੱਥੋਂ ਦੇਖ ਲਿਆ ਜਾਏਗਾ ਐਂਡ ਇਹ ਵਾਲਾ ਪਾਸਵਰਡ ਬਾਕੀ ਅਕਾਊਂਟਸ ਤੇ ਲੌਗਇਨ ਕਰਕੇ ਟਰਾਈ ਕੀਤਾ। ਇਹਦੇ ਵਿੱਚੋਂ ਗੱਲ ਨਿਕਲ ਕੇ ਇਹ ਵੀ ਆ ਰਹੀ ਹੈ ਵੀ ਆਪਾਂ ਕਈ ਵਾਰ ਯਾਦ ਰੱਖਣ ਵਾਸਤੇ ਇੱਕੋ ਹੀ ਪਾਸਵਰਡ ਰੱਖ ਲੈਂਦੇ ਆ, ਫੇਸਬੁੱਕ ਦਾ ਵੀ, ਇੰਸਟਾ ਦਾ ਵੀ, ਚਾਹੇ ਡੋਮਿਨੋਜ਼ ਹੋਵੇ, ਚਾਹੇ ਹੋਰ ਕੋਈ ਸੋਸ਼ਲ ਮੀਡੀਆ ਸਾਈਟ ਹੋਵੇ, ਤਾਂ ਆਪਾਂ ਰੱਖਦੇ ਆ ਵੀ ਪਾਸਵਰਡ ਸੇਮ ਰੱਖ ਲਓ, ਭੁੱਲੇਗਾ ਨਹੀਂ ਘੱਟੋ ਘੱਟ, ਉਹਦਾ ਵੀ ਨੁਕਸਾਨ ਹੈ। ਦੇਖੋ ਇਹ ਬਾਰ-ਬਾਰ ਇਹ ਅਵੇਅਰ ਕੀਤਾ ਜਾਂਦਾ ਕਿ ਕਦੇ ਵੀ ਆਪਣੇ 2 ਡਿਫਰੈਂਟ ਅਕਾਊਂਟਸ ਦਾ ਪਾਸਵਰਡ ਸੇਵ ਨਹੀਂ ਰੱਖਣਾ ਚਾਹੀਦਾ। ਹੁਣ ਕਿਉਂ ਨਹੀਂ ਰੱਖਣਾ ਚਾਹੀਦਾ, ਇਹ ਤੁਹਾਡੇ ਅੱਗੇ ਲਾਈਵ ਐਗਜ਼ਾਮਪਲ ਹੈ, ਕਿਉਂਕਿ ਅਗਰ ਇੱਕ ਵੀ ਵੈਬਸਾਈਟ ਕੰਪਰੋਮਾਈਜ਼ ਹੋ ਗਈ, ਉਹਦੇ ਵਿੱਚ ਤੁਹਾਡੀ ਗਲਤੀ ਨਹੀਂ ਹੈ, ਇੱਕ ਵੀ ਵੈਬਸਾਈਟ ਕੰਪਰੋਮਾਈਜ਼ ਹੋ ਗਈ, ਮਤਲਬ ਅਗਰ ਸੇਮ ਪਾਸਵਰਡ ਅਸੀਂ ਬਾਕੀ ਅਕਾਊਂਟਸ ਦਾ ਰੱਖਿਆ ਹੋਇਆ ਤਾਂ ਸਾਰੇ ਅਕਾਊਂਟ ਗਏ। ਕੰਪਰੋਮਾਈਜ਼ ਕਿਹੜਾ ਹੋਇਆ, ਡੋਮਿਨੋਜ਼। ਮਤਲਬ ਜੇ ਮੇਰਾ ਡੋਮਿਨੋਜ਼ ਦਾ ਪਾਸਵਰਡ ਮੇਰੇ ਜੀਮੇਲ ਦੇ ਨਾਲ ਮੈਚ ਕਰਦਾ ਹੈ, ਮੇਰੇ ਫੇਸਬੁੱਕ ਦੇ ਨਾਲ ਮੈਚ ਕਰਦਾ ਹੈ, ਕਿਉਂਕਿ ਨਾਰਮਲੀ ਲੋਕ ਰੱਖ ਲੈਂਦੇ ਹਨ, ਬਹੁਤ ਸਾਰੇ ਵਿਊਅਰਸ ਇਦਾਂ ਦੇ ਵੀ ਦੇਖ ਰਹੇ ਹੋਣਗੇ ਜਿਨ੍ਹਾਂ ਨੇ ਆਪਣਾ ਆਈਡੀ ਦਾ ਪਾਸਵਰਡ ਕੁਝ ਫੋਨ ਨੰਬਰ ਰੱਖਿਆ ਹੋਇਆ, ਬਹੁਤ ਸਾਰੇ ਇਦਾਂ ਦੇ ਲਾਈਕ ਦੇਖ ਰਹੇ। ਪਲੀਜ਼ ਅਗਰ ਕਿਸੇ ਨੇ ਵੀ ਇਦਾਂ ਦਾ ਰੱਖਿਆ ਆਪਣੇ ਅਕਾਊਂਟ ਦਾ ਕੋਈ ਵੀ ਪਾਸਵਰਡ, ਆਪਣਾ ਪਾਸਵਰਡ ਅੱਜ ਹੀ ਚੇਂਜ ਕਰੋ। ਕਦੀ ਵੀ ਆਪਣਾ ਫੋਨ ਨੰਬਰ ਐਜ਼ ਅ ਪਾਸਵਰਡ ਨਹੀਂ ਰੱਖਣਾ ਚਾਹੀਦਾ, ਕਿਉਂਕਿ ਹੋ ਸਕਦਾ ਤੁਸੀਂ ਹਜੇ ਤੱਕ ਵਿਕਟਿਮ ਨਹੀਂ ਬਣੇ ਰਾਈਟ। ਸੋ ਫੀਲ ਵੈਰੀ ਸੇਫ ਐਂਡ ਵੈਰੀ ਕੰਗ੍ਰੈਟਸ ਕਿ ਨਹੀਂ ਹੋਏ, ਬਟ ਇਹਨੂੰ ਅੱਜ ਹੀ ਚੇਂਜ ਕਰਨਾ ਚਾਹੀਦਾ ਹੈ, ਕਿਉਂਕਿ ਯੂ ਨੈਵਰ ਨੋਜ਼ ਕਿ ਕਦੋਂ ਇਸ ਚੀਜ਼ ਦਾ ਅਸੀਂ ਸ਼ਿਕਾਰ ਬਣ ਜਾਵਾਂਗੇ। ਸੋ ਬਿਫੋਰ ਗੈਟਿੰਗ ਟੂ ਲੇਟ ਇਹਨੂੰ ਅੱਜ ਹੀ ਸਿਕਿਉਰ ਕਰਨਾ ਚਾਹੀਦਾ। ਜਿੰਨੇ ਵੀ ਤੁਹਾਡੇ ਆਨਲਾਈਨ ਅਕਾਊਂਟਸ ਹੈ, ਡਿਫਰੈਂਟ ਅਕਾਊਂਟਸ ਹੈ,
ਉਹਨਾਂ ਦਾ ਪਾਸਵਰਡ ਅਲੱਗ-ਅਲੱਗ ਰੱਖਣਾ ਚਾਹੀਦਾ ਹੈ। ਅੱਛਾ, ਇਹ ਤਾਂ ਚਲੋ ਇੰਡੀਆ ਦੇ ਹਿਸਾਬ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਇੰਡੀਆ ਦੇ ਵਿੱਚ ਇਹ ਠੱਗੀਆਂ ਦੇ ਮਾਮਲੇ ਜ਼ਿਆਦਾ ਸਾਹਮਣੇ ਆਉਂਦੇ, ਵਿਦੇਸ਼ੀ ਮੁਲਕ ਟੈਕਨੀਕਲੀ ਬਹੁਤ ਸਟਰੋਂਗ ਨੇ ਸਾਡੇ ਨਾਲੋਂ, ਆਪਾਂ ਅਕਸਰ ਆਮ ਬੰਦੇ ਦੀ ਧਾਰਨਾ ਇਹੀ ਹੈ, ਹਾਲਾਂਕਿ ਐਕਸਪਰਟ ਇੱਥੇ ਵੀ ਬਹੁਤ ਨੇ ਪਰ ਠੱਗੀ ਵੱਜ ਜਾਂਦੀ ਹੈ। ਅਮਰੀਕਾ ਕੈਨੇਡਾ ਦੀ ਗੱਲ ਕਰਾਂ ਤਾਂ ਇਹ ਠੱਗੀਆਂ ਉਧਰੋਂ ਇੱਧਰ ਵੱਜ ਸਕਦੀਆਂ ਨੇ, ਚਾਂਸ ਹੈਗਾ ਉੱਥੇ ਵੀ? ਦੇਖੋ ਜਦੋਂ ਅਸੀਂ ਆਈਟੀ ਵਰਲਡ ਵਿੱਚ ਆ ਗਏ, ਡਿਜੀਟਲ ਵਰਲਡ 'ਚ ਆ ਗਏ, ਇੱਕ ਸਾਈਬਰ ਵਰਲਡ ਵਿੱਚ ਆ ਗਏ, ਤਾਂ ਉਹਦੇ ਵਿੱਚ ਸਟੇਟਸ, ਸਿਟੀਜ਼, ਨੇਸ਼ਨ ਜਾਂ ਕੰਟਰੀਜ਼, ਬਾਰਡਰ ਦਾ ਮਤਲਬ ਹੀ ਨਹੀਂ ਰਹਿੰਦਾ। ਠੀਕ, ਜਿੱਦਾਂ ਮੈਂ ਜੀਮੇਲ ਇੱਥੇ ਲੌਗਇਨ ਕਰ ਰਿਹਾ, ਇਦਾਂ ਹੀ ਕੈਨੇਡਾ ਦੇ ਲੋਕ ਆਪਣੇ ਸਿਸਟਮ ਤੇ ਜੀਮੇਲ ਲੌਗਇਨ ਕਰੇ, ਜਿੱਦਾਂ ਮੈਂ ਫੇਸਬੁੱਕ ਇੱਥੇ ਯੂਜ਼ ਕਰ ਰਿਹਾ, ਇਦਾਂ ਹੀ ਆਈਡੀ ਪਾਸਵਰਡ ਲੌਗਇਨ ਕਰਕੇ ਕੈਨੇਡਾ ਵਿੱਚ ਵੀ ਲੌਗਇਨ ਹੋ ਰਿਹਾ। ਸੋ ਇੱਥੇ ਬਹੁਤ ਪਪੂਲਰ ਅਟੈਕਸ ਹੈ ਕਿ ਜੋ ਕੈਨੇਡਾ ਦੇ ਵਿੱਚ ਵੀ ਚੱਲਦੇ ਆ, ਇੰਡੀਆ 'ਚ ਵੀ ਚੱਲ ਰਿਹਾ, US 'ਚ ਵੀ ਚੱਲਦੇ ਆ। ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਰਿਹਾ, ਇੱਕ ਬੜਾ ਹੀ ਪਪੂਲਰ ਲਾਈਕ ਚੱਲ ਰਿਹਾ, ਬਹੁਤ ਸਾਰੇ ਕੇਸਿਸ ਵੀ ਇਦਾਂ ਦੇ ਸਾਹਮਣੇ ਆਉਣ ਨੂੰ ਮਿਲ ਰਹੇ ਆ, ਕਿਉਂਕਿ ਲਾਈਕ ਬਹੁਤ ਕਰਾਊਡ ਹੈ ਲਾਈਕ ਜਿਹੜਾ ਟਰੈਵਲ ਅਬਰੋਡ ਕਰਨਾ ਚਾਹੁੰਦਾ ਹੈ ਪੜ੍ਹਾਈ ਲਈ ਜਾਂ ਜੌਬਸ ਦੇ ਲਈ, ਸਪੈਸ਼ਲੀ ਜਦੋਂ ਆਪਣੇ ਕਰੀਅਰ ਸੈਟਲਮੈਂਟ ਕਰਨਾ ਹੈ, ਤਾਂ ਇਦਾਂ ਦੇ ਕੇਸਿਸ ਆਉਂਦੇ ਆ ਕਿ ਉਹਨਾਂ ਨੂੰ ਲਾਈਕ ਕੋਈ ਫਰੈਸ਼ਰ ਹੈ ਜਾਂ ਕੋਈ ਸਟੂਡੈਂਟ ਹੈ, ਜਦੋਂ ਪਾਸ ਆਊਟ ਹੁੰਦਾ ਹੈ ਉਹ ਇੰਟਰਨੈਟ 'ਤੇ ਬਹੁਤ ਜਗ੍ਹਾ ਆਪਣਾ ਰੈਜ਼ਿਊਮੇ ਸਬਮਿਟ ਕਰਦਾ ਹੈ ਕਿ ਆਈ ਐਮ ਲੁਕਿੰਗ ਫॉर ਅ ਜੌਬ, ਤਾਂ ਉਹਨੂੰ ਬਹੁਤ ਸਾਰੀ ਕੰਪਨੀਜ਼ ਦੀ ਕਾਲ ਆਉਂਦੀ ਹੈ ਕਿ ਅਸੀਂ ਹਾਇਰ ਕਰ ਰਹੇ ਹਾਂ, ਅਸੀਂ ਇਹ ਪੈਕੇਜ ਦੇਵਾਂਗੇ, ਬਟ ਇਹਦੇ ਵਿੱਚ ਬਹੁਤ ਸਾਰੇ ਫਰੋਡਸਟਰਸ ਦੀ ਵੀ ਕਾਲ ਆਉਂਦੀ ਹੈ, ਸਪੈਸ਼ਲੀ ਜੇ ਤੁਸੀਂ ਸਟੂਡੈਂਟ ਹੋ ਜਾਂ ਤੁਹਾਡੇ ਕੋਈ ਨੋਨ ਹੈ ਜਾਂ ਤੁਹਾਡਾ ਕੋਈ ਲਾਈਕ ਫੈਮਿਲੀ ਮੈਂਬਰ ਹੈ, ਪਲੀਜ਼ ਉਹਨਾਂ ਵੀਡੀਓ ਜ਼ਰੂਰ ਸ਼ੇਅਰ ਕੀਤੀ ਜਾਵੇ, ਕਿਉਂਕਿ ਇਹਦੇ ਵਿੱਚ ਹੁੰਦਾ ਕੀ ਹੈ ਕਿ ਜੇ ਕੋਈ ਵੀ ਸਟੂਡੈਂਟ ਆਪਣਾ ਆਨਲਾਈਨ ਰੈਜ਼ਿਊਮੇ ਸਬਮਿਟ ਕੀਤਾ ਹੈ, ਨੋ ਡਾਊਟ ਤੁਹਾਨੂੰ ਅੱਛੀ ਕੰਪਨੀਜ਼ ਦੀ ਵੀ ਕਾਲ ਆਏਗੀ, ਪਲੱਸ ਫਰੋਡਸਟਰਸ ਦੀ ਵੀ ਕਾਲ ਆ ਸਕਦੀ ਹੈ, ਐਂਡ ਉਹਦੇ ਵਿੱਚ ਇੱਕ ਲਾਲਚ ਦਿੱਤਾ ਜਾਂਦਾ ਹੈ, ਐਂਡ ਲਾਲਚ ਵਿੱਚ ਕਿਹਾ ਜਾਂਦਾ ਹੈ ਕਿ ਲਾਈਕ ਅਸੀਂ ਤੁਹਾਨੂੰ ਜੌਬ ਦੇਵਾਂਗੇ ਐਂਡ ਜੌਬ ਵਿਲ ਬੀ ਇਨ ਸਮਵੇਅਰ ਇਨ ਅਮਰੀਕਾ ਔਰ ਕੈਨੇਡਾ ਔਰ ਸਮ ਅਦਰ ਕੰਟਰੀ, ਐਂਡ ਉਹਦੇ ਲਈ ਇੱਕ ਪ੍ਰੋਪਰ ਇੰਟਰਵਿਊ ਸਕੈਡਿਊਲ ਕੀਤਾ ਜਾਂਦਾ ਹੈ ਕਿ ਪਹਿਲੇ ਦਿਨ ਤੁਹਾਡਾ ਇੱਕ HR ਰਾਊਂਡ ਹੋਇਆ, ਦੂਜੇ ਦਿਨ ਟੈਕਨੀਕਲ ਇੰਟਰਵਿਊ ਹੋਇਆ, ਥਰਡ ਡੇ ਤੁਹਾਡੀ ਇੰਗਲਿਸ਼ ਟੈਸਟਿੰਗ ਹੋਈ ਜਾਂ ਕੁਝ ਇਦਾਂ ਚੀਜ਼ਾਂ ਟੈਸਟਿੰਗ ਕੀਤੀ ਜਾਂਦੀਆਂ, ਐਂਡ ਫੋਰਥ ਜਾਂ ਫਿਫਥ ਡੇ ਯੂ ਵਿਲ ਬੀ ਗੈਟਿੰਗ ਅ ਕਾਲ ਐਂਡ ਸੇਇੰਗ ਕਿ ਅਸੀਂ ਤੁਹਾਡਾ ਫਲਾਈਟ ਟਿਕਟਸ ਅਰੇਂਜ ਕਰਾਂਗੇ, ਤੁਹਾਨੂੰ ਬਹੁਤ ਇੱਕ ਹਾਈ ਪੈਕੇਜ ਲਾਲਚ ਦਿਖਾਇਆ ਜਾਏਗਾ ਕਿ ਇੱਕ ਬੜਾ ਅਟਰੈਕਟਿਵ ਪੈਕੇਜ ਦਿੱਤਾ ਜਾਏਗਾ, ਉਸ ਤੋਂ ਬਾਅਦ ਤੁਹਾਨੂੰ ਇਹ ਵੀ ਕਿਹਾ ਜਾਏਗਾ ਕਿ ਤੁਹਾਡੀ ਅਕੋਮੋਡੇਸ਼ਨ, ਤੁਹਾਡਾ ਖਾਣ ਪੀਣ, ਤੁਹਾਡਾ ਟਰੈਵਲਿੰਗ ਉੱਥੇ ਆਉਣ ਤੋਂ ਬਾਅਦ ਸਾਰਾ ਕੰਪਨੀ ਅਰੇਂਜ ਕਰੇਗੀ, ਬਟ ਉਸ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ, ਤੁਸੀਂ ਇੱਕ ਸਿਕਿਉਰਿਟੀ ਡਿਪੋਜ਼ਿਟ ਕਰਵਾਉਣਾ ਹੈ। ਮਤਲਬ ਸਾਰਾ ਕੁਝ ਹੋਣ ਤੋਂ ਬਾਅਦ ਇੱਕ ਮੇਨ ਫਰਾਡ ਵਾਲੀ ਗੱਲ ਤੇ ਹੁਣ ਕੱਲ ਆਏਗੀ, ਇੰਟਰਵਿਊ ਹੋ ਗਿਆ, HR ਹੋ ਗਿਆ, ਅਬ ਹੁਣ ਇੱਥੇ ਫਰਾਡ ਕੀ ਹੈ, ਅਗਰ ਕੋਈ ਵੀ ਵਰਡ ਇਦਾਂ ਦਾ ਸਿਕਿਉਰਿਟੀ ਡਿਪੋਜ਼ਿਟ ਵਰਡ ਯੂਜ਼ ਕਰਦਾ ਨਾ, ਤਾਂ ਤੁਸੀਂ ਪਲੀਜ਼ ਇੱਕ ਸਟੈਪ ਪਹਿਲਾਂ ਹੀ ਪਿੱਛੇ ਹਟ ਜਿਓ। ਉਹਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਤੁਸੀਂ ਇੱਕ ਸਿਕਿਉਰਿਟੀ ਡਿਪੋਜ਼ਿਟ ਕਰਵਾਉਣਾ ਜੋ ਰਿਫੰਡੇਬਲ ਹੋਏਗਾ। ਤੁਸੀਂ ਜਦੋਂ ਕੈਨੇਡਾ ਆ ਜਾਓਗੇ, ਤੁਹਾਡੀ ਫਲਾਈਟ ਟਿਕਟਸ ਅਸੀਂ ਕਰਾ ਰਹੇ ਹਾਂ, ਅਕੋਮੋਡੇਸ਼ਨ ਕਰਵਾ ਰਹੇ ਹਾਂ, ਲਾਈਕ ਫੂਡਸ ਦੇ ਰਿਲੇਟਡ ਅਸੀਂ ਅਰੇਂਜਮੈਂਟ ਕਰ ਰਹੇ ਹਾਂ, ਤੁਸੀਂ ਇੱਕ ਸਿਕਿਉਰਿਟੀ ਡਿਪੋਜ਼ਿਟ ਕਰਵਾਉਣਾ ਹੈ ਜੋ ਲਾਈਕ $500 ਹੈ ਜਾਂ ਸਮਟਾਈਮ $1000 ਜਾਂ ਸਮਟਾਈਮ $2000 ਵੀ ਕਿਹਾ ਜਾਂਦਾ ਹੈ, ਤਾਂ ਇੱਕ ਸਿਕਿਉਰਿਟੀ ਡਿਪੋਜ਼ਿਟ ਕਰਵਾਇਆ ਜਾਂਦਾ ਹੈ। ਸੋ ਅਗਰ ਕੋਈ ਵੀ ਇਦਾਂ ਦਾ ਵਰਡ ਯੂਜ਼ ਕਰ ਰਿਹਾ, ਪਲੀਜ਼ ਕਦੀ ਵੀ ਇਦਾਂ ਦੇ ਡਿਪੋਜ਼ਿਟ ਨਾ ਕਰਿਓ, ਕਿਉਂਕਿ ਉੱਥੇ ਕੋਈ ਇਦਾਂ ਦੀ ਕੰਪਨੀ ਨਹੀਂ ਹੈ ਜਾਂ ਕੁਝ ਵੀ ਇਦਾਂ ਦਾ ਨਹੀਂ ਹੈ ਕਿ ਤੁਹਾਨੂੰ ਇਹ ਕਿਹਾ ਜਾਵੇ ਕਿ ਪਹਿਲਾਂ ਤੁਸੀਂ ਪੈਸੇ ਦਿਓ, ਉਸ ਤੋਂ ਬਾਅਦ ਤੁਹਾਨੂੰ ਬੁਲਾਇਆ ਜਾਏਗਾ। 90% ਇਦਾਂ ਦੇ ਕੇਸਿਸ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਨੇ ਪੈਸੇ ਜਿੱਦਾਂ ਹੀ ਸਬਮਿਟ ਕੀਤੇ, ਉਸ ਤੋਂ ਬਾਅਦ ਜਿਹੜਾ ਪਰਸਨ ਉਹਦੇ ਨਾਲ ਕਨੈਕਟਡ ਸੀ, ਚਾਹੇ ਉਹ ਇੰਡੀਆ ਦਾ ਸੀ ਜਾਂ ਕਿਤੋਂ ਦਾ ਵੀ ਸੀਗਾ, ਉਹਨੇ ਉਹਦੇ ਨਾਲ ਕਮਿਊਨੀਕੇਸ਼ਨ ਹੀ ਬੰਦ ਕਰਤੀ। ਸੋ ਪਲੀਜ਼ ਅਗਰ ਕੋਈ ਵੀ ਵਿਊਅਰ ਹੈ ਜਾਂ ਕੋਈ ਸਟੂਡੈਂਟ ਹੈ ਜਾਂ ਜਿਸ ਨੂੰ ਕੋਈ ਇਦਾਂ ਦੀ ਕਾਲ ਆਈ ਹੈ ਜਾਂ ਕੋਈ ਸਿਕਿਉਰਿਟੀ ਡਿਪੋਜ਼ਿਟ ਲਈ ਕਹਿ ਰਿਹਾ, ਪਲੀਜ਼ ਕੋਈ ਵੀ ਇਦਾਂ ਦਾ ਡਿਪੋਜ਼ਿਟ ਨਾ ਕੀਤਾ ਜਾਵੇ, ਕਿਉਂਕਿ ਬਹੁਤ ਸਾਰੇ ਇਦਾਂ ਦੇ ਫਰਾਡਸ ਦੇਖਣ ਨੂੰ ਮਿਲ ਰਹੇ। ਅੱਛਾ ਪਲਵਿੰਦਰ ਜੀ, ਜਿਵੇਂ ਆਪਾਂ ਸਾਰਾ ਦੇਖ ਲਿਆ ਵੀ ਕਿਵੇਂ ਫਰਾਡ ਹੁੰਦਾ, ਕਿਵੇਂ ਸਾਡਾ ਫੋਨ ਉਹਨੂੰ ਜਿਹੜਾ ਚੈੱਕ ਕਰ ਲਿਆ ਜਾਂਦਾ ਹੈ, ਉਹਦੀ ਸਾਰਾ ਡਾਟਾ ਆਪਣੇ ਕੋਲ ਲੈ ਲਿਆ ਜਾਂਦਾ, ਹੁਣ ਅੰਤ ਦੇ ਵਿੱਚ ਸਵਾਲ ਹੁੰਦਾ ਬਚਣ ਕਿਵੇਂ ਲੋਕ, ਜਾਂ ਜੇਕਰ ਠੱਗੀ ਹੋ ਵੀ ਗਈ ਹੈ ਤਾਂ ਕੀ ਇਹ ਜਿਹੜੇ ਪੈਸੇ ਠੱਗੇ ਗਏ ਨੇ ਸਾਡੇ ਅਕਾਊਂਟ ਦੇ ਵਿੱਚੋਂ ਨਿਕਲ ਗਏ ਨੇ, ਉਹਨਾਂ ਦੇ ਵਾਪਸ ਆਉਣ ਦਾ ਕੋਈ ਚਾਂਸ ਹੁੰਦਾ? ਦੇਖੋ ਇਹਦੇ ਵਿੱਚ ਕੀ ਹੈ ਕਿ ਇੱਕ ਅਗਰ ਮੈਂ ਇੰਡੀਅਨ ਗਵਰਨਮੈਂਟ ਦੀ ਗੱਲ ਕਰਾਂ, ਇੱਕ ਬੜਾ ਹੀ ਗੁੱਡ ਇਨੀਸ਼ੀਏਟਿਵ ਇਹਨਾਂ ਨੇ ਲਿਆ ਹੈ। ਉਹਦੇ ਵਿੱਚ ਕੀ ਹੈ ਕਿ ਦੇ ਹੈਵ ਕ੍ਰੀਏਟਡ ਇੱਕ ਆਨਲਾਈਨ ਪੋਰਟਲ ਕਿ ਜੇ ਤੁਹਾਡੇ ਨਾਲ ਕੋਈ ਵੀ ਐਟਲੀਸਟ ਪੈਸੇ ਦੇ ਨਾਲ ਰਿਲੇਟਡ ਫਰਾਡ ਹੋ ਰਿਹਾ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬੈਂਕ ਨੂੰ ਰਿਪੋਰਟ ਕਰੋ, ਬੈਂਕ ਨੂੰ ਇਨਫੋਰਮ ਕਰੋ ਕਿ ਤੁਹਾਡਾ ATM ਕਾਰਡ ਹੈ ਜਾਂ ਜੋ ਵੀ ਕ੍ਰੈਡਿਟ ਕਾਰਡ ਹੈ ਜਿਹਨੂੰ ਯੂਜ਼ ਕਰਕੇ ਫਰਾਡ ਕੀਤਾ, ਉਹਨੂੰ ਇਮੀਡੀਏਟਲੀ ਬਲੌਕ ਕਰਵਾਉਣਾ ਚਾਹੀਦਾ ਹੈ, ਉਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ ਕਿ ਮੇਰੇ ਨਾਲ ਕੁਝ ਫਰਾਡ ਐਕਟੀਵਿਟੀ ਹੋਈ ਹੈ। ਉਸ ਤੋਂ ਬਾਅਦ ਲਾਈਕ ਇੰਡੀਅਨ ਗਵਰਨਮੈਂਟ ਨੇ ਇੱਕ ਲਾਂਚ ਕੀਤਾ, ਮਿਨਿਸਟਰੀ ਆਫ ਹੋਮ ਅਫੇਅਰ ਨੇ, ਸੋ ਮੈਂ ਰਿਕੁਐਸਟ ਕਰਾਂਗੇ ਇਹਨੂੰ ਜ਼ੂਮ ਕਰਕੇ ਜ਼ਰੂਰ ਦਿਖਾਇਆ ਜਾਏ। ਇੱਕ ਸਾਈਬਰ ਕ੍ਰਾਈਮ ਪੋਰਟਲ ਬਣਿਆ, ਠੀਕ ਹੈ, ਆਲ ਓਵਰ ਇੰਡੀਆ ਇਹ ਸੇਮ ਚੱਲੇਗਾ, ਲਾਈਕ cybercrime.gov.in। ਸੋ ਇੱਕ ਇਦਾਂ ਦਾ ਪੋਰਟਲ ਹੈ ਜਿਹਦੇ ਤੇ ਜਾ ਕੇ ਤੁਸੀਂ ਆਪਣੀ ਕੋਈ ਵੀ ਕੰਪਲੇਂਟ ਹੈ, ਚਾਹੇ ਉਹ ਸੋਸ਼ਲ ਮੀਡੀਆ ਹੈਕਿੰਗ ਦੇ ਨਾਲ ਹੈ, ਚਾਹੇ ਬੈਂਕਿੰਗ ਹੈ, ਜਾਂ ਤੁਹਾਨੂੰ ਕੋਈ ਗਲਤ ਮੈਸੇजेस ਸੈਂਡ ਕਰ ਰਿਹਾ ਜਾਂ ਕੋਈ ਫੇਕ ਆਈਡੀ ਤੁਹਾਡੇ ਨਾਮ ਤੇ ਬਣਾਈ ਹੋਈ ਹੈ ਜਾਂ ਤੁਹਾਡਾ ਅਕਾਊਂਟ ਕੰਪਰੋਮਾਈਜ਼ ਕੀਤਾ ਗਿਆ, ਤਾਂ ਤੁਸੀਂ ਇਹਦੇ ਤੇ ਜਾ ਕੇ ਰਿਪੋਰਟ ਕਰ ਸਕਦੇ ਹੋ, ਫਾਈਲ ਅ ਕੰਪਲੇਂਟ ਦੀ ਆਪਸ਼ਨ ਆ ਰਹੀ ਹੈ। ਸੋ ਮੇਕ ਸ਼ੋਰ ਕਿ ਮੈਂ ਰਿਕੁਐਸਟ ਕਰਾਂਗਾ ਕਿ ਇਸੀ ਵੈਬਸਾਈਟ ਤੇ ਜਾਇਓ, ਬਿਕੋਜ਼ ਇਦਾਂ ਦੀਆਂ ਸੇਮ ਲੁਕਿੰਗ ਵੈਬਸਾਈਟ ਜਾਂ ਸਾਰੀਆਂ ਉਹਨਾਂ ਨੇ
ਜੁਗਾੜ ਤਾਂ ਬਣਾਇਆ ਹੋਊਗਾ ਇਹਦਾ। ਬਹੁਤ ਸਾਰੀ ਇਦਾਂ ਦੀ ਵੈਬਸਾਈਟਸ ਹੈ ਜਿਨ੍ਹਾਂ ਨੇ ਇਦਾਂ ਦੀ ਸੇਮ ਵੈਬਸਾਈਟਸ ਬਣਾ ਰਹੀਆਂ, ਜਦੋਂ ਕੰਪਲੇਂਟ ਕਰਦੇ ਆ ਫਿਰ ਉਹ ਪੈਸੇ ਮੰਗਦੇ ਆ, ਬਟ ਇਹ ਗਵਰਨਮੈਂਟ ਦੀ ਆਫੀਸ਼ੀਅਲ ਵੈਬਸਾਈਟ ਹੈ cybercrime.gov.in। ਸੋ ਇਹਦੇ ਤੇ ਜਾ ਕੇ ਕੰਪਲੇਂਟ ਰਜਿਸਟਰ ਕਰਵਾਓ ਜੇ ਤੁਹਾਡੇ ਨਾਲ ਕੁਝ ਵੀ ਇਦਾਂ ਦੀ ਮਿਸ ਐਕਟੀਵਿਟੀ ਹੋ ਰਹੀ ਹੈ। ਐਂਡ ਜਿੰਨੀ ਜਲਦੀ ਅਸੀਂ ਰਿਪੋਰਟਿੰਗ ਇਦਾਂ ਦੀ ਜਗ੍ਹਾ ਤੇ ਜਾ ਕੇ ਕਰਾਂਗੇ, ਬੈਂਕਿੰਗ ਨੂੰ ਇਨਫੋਰਮ ਕਰਤਾ ਸੀ, ਇੱਥੇ ਕੰਪਲੇਂਟ ਰਜਿਸਟਰ ਕਰਵਾਤੀ, ਮਤਲਬ ਆਪਣੇ ਵੱਲੋਂ ਅਸੀਂ ਸਿਕਿਉਰ ਹੋ ਗਏ। ਸੋ ਜਿੰਨੀ ਜਲਦੀ ਅਸੀਂ ਕੰਪਲੇਂਟ ਸਬਮਿਟ ਕਰਾਂਗੇ ਉਨਾ ਹੀ ਜਲਦੀ ਹੈ ਕਿ ਸਾਡੇ ਚਾਂਸ ਹੈ ਕਿ ਪੈਸੇ ਵਾਪਸ ਆਣਗੇ। ਮਨਿੰਦਰ ਜੀ, ਇਹ ਜਿਹੜੀ ਬਹੁਤ ਜਿਹੜੀ ਜ਼ਰੂਰੀ ਜਾਣਕਾਰੀ ਸੀਗੀ ਸਾਡੇ ਦਰਸ਼ਕਾਂ ਦੇ ਲਈ ਤੁਸੀਂ ਸਾਂਝੀ ਕੀਤੀ, ਗੱਲਬਾਤ ਕਰਨ ਲਈ ਬਹੁਤ ਬਹੁਤ ਜੀ ਥੈਂਕ ਯੂ ਸੋ ਮਚ ਸੁਖਜਿੰਦਰ ਜੀ, ਥੈਂਕ ਯੂ। ਤਾਂ ਇਹ ਸਨ ਸਾਈਬਰ ਐਕਸਪਰਟ ਪਲਵਿੰਦਰ ਸਿੰਘ, ਜਿਨ੍ਹਾਂ ਦੇ ਵੱਲੋਂ ਬੜੇ ਵਿਸਥਾਰ ਦੇ ਵਿੱਚ ਤੁਹਾਨੂੰ ਉਦਾਹਰਨਾਂ ਦੇ ਨਾਲ ਪ੍ਰੈਕਟੀਕਲੀ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਠੱਗ ਹੁਣ ਆਨਲਾਈਨ ਤੁਹਾਡੇ ਨਾਲ ਠੱਗੀ ਮਾਰਦੇ ਕਿਵੇਂ ਨੇ, ਔਰ ਕਿਵੇਂ ਤੁਹਾਡੇ ਫੋਨ ਨੂੰ ਜਿਹੜਾ ਹੈ ਬਿਲਕੁਲ ਉਹਦਾ ਡਾਟਾ ਆਪਣੇ ਫੋਨ ਦੇ ਵਿੱਚ ਕਰ ਲਿਆ ਜਾਂਦਾ ਹੈ, ਉਸ ਨੂੰ ਰਿਮੋਟ ਕੰਟਰੋਲ ਦੀ ਤਰ੍ਹਾਂ ਤੁਹਾਡਾ ਫੋਨ ਚਲਾਇਆ ਜਾਂਦਾ ਹੈ, ਤੁਹਾਡੀ ਹਰ ਪਰਸਨਲ ਚੀਜ਼ ਆਪਣੇ ਫੋਨ ਦੇ ਵਿੱਚ ਉਹ ਖਿੱਚ ਲੈਂਦੇ ਨੇ। ਇੱਥੋਂ ਤੱਕ ਕਿ ਜਦੋਂ ਕੈਨੇਡਾ ਵਰਗੇ ਮੁਲਕਾਂ ਤੋਂ ਤੁਹਾਨੂੰ ਕਈ ਵਾਰ ਨੌਕਰੀ ਦੇ ਫੋਨ ਵੀ ਆਉਂਦੇ ਨੇ, ਤਾਂ ਉਹਨਾਂ ਵਿੱਚ ਵੀ ਕੁਝ ਅਜਿਹੇ ਠੱਗ ਬੰਦੇ ਬੈਠੇ ਨੇ ਜਿਹੜੇ ਤੁਹਾਨੂੰ ਨੌਕਰੀ ਦਾ ਝਾਂਸਾ ਦੇ ਕੇ ਕੈਨੇਡਾ ਦੇ ਵਿੱਚ ਬੁਲਾਉਣ ਦੇ ਝਾਂਸੇ ਦੇ ਵਿੱਚ ਫਸਾ ਕੇ 500, 1000, 2000 ਜਿੰਨੇ ਵੀ ਉਹਨਾਂ ਦੀ ਮੇਨ ਉਹਨਾਂ ਨੇ ਰੱਖਿਆ ਹੁੰਦਾ ਠੱਗੀ ਦਾ, ਜਿੰਨਾ ਦਾ ਲੱਗਦਾ ਉਹਨਾਂ ਦਾ ਤੁਹਾਡੇ ਨਾਲ ਠੱਗੀ ਮਾਰ ਕੇ ਲਗਾ ਸਕਦੇ ਨੇ। ਤਾਂ ਖਬਰ ਦਿਖਾਉਣ ਦਾ ਮਕਸਦ ਇਹੀ ਹੈ ਕਿ ਤੁਸੀਂ ਥੋੜ੍ਹੇ ਸੁਚੇਤ ਹੋਵੋ ਤਾਂ ਜੋ ਆਨਲਾਈਨ ਠੱਗੀ ਤੋਂ ਬਚ ਸਕੋ। ਔਰ ਦੂਸਰੀ ਗੱਲ ਹੈ, ਜੇਕਰ ਕਿਤੇ ਤੁਹਾਡੇ ਨਾਲ ਖੁਦਾ ਨਾ ਖਾਸਤਾ ਠੱਗੀ ਵੱਜ ਵੀ ਜਾਂਦੀ ਹੈ ਤਾਂ ਉਸ ਦਾ ਅਗਲਾ ਸਟੈਪ ਵੀ ਦੱਸਿਆ ਹੈ, ਜਿਵੇਂ ਇੱਕ ਇੰਡੀਆ ਗਵਰਨਮੈਂਟ ਦੀ ਜਿਹੜੀ ਇੱਕ ਅਧਿਕਾਰਕ ਵੈਬਸਾਈਟ ਹੈ cybercrime.gov.in ਦੇ ਉੱਤੇ ਤੁਸੀਂ ਜਾ ਕੇ ਆਪਣੀ ਕੰਪਲੇਂਟ ਫਾਈਲ ਕਰਨੀ ਹੈ। ਘੱਟੋ ਘੱਟ ਤੁਹਾਡੇ ਇੱਕ ਚਾਂਸ ਜ਼ਰੂਰ ਬਣ ਜਾਂਦਾ ਵੀ ਤੁਹਾਡੀ ਖਾਤੇ ਦੇ ਵਿੱਚ ਉੱਡੀ ਹੋਈ ਰਕਮ ਤੁਹਾਡੇ ਜਿਹੜਾ ਹੈ ਉਹ ਵਾਪਸ ਖਾਤੇ ਦੇ ਵਿੱਚ ਆ ਸਕੇ। ਤਾਂ ਇਸ ਖਬਰ ਦਿਖਾਉਣ ਦਾ ਮਕਸਦ ਇੱਕੋ ਇੱਕ ਹੈ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਈਬਰ ਕ੍ਰਾਈਮ ਜਾਂ ਸਾਈਬਰ ਠੱਗੀ ਤੋਂ ਬਚਾਇਆ ਜਾ ਸਕੇ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਜਲੰਧਰ।